ਜੇ ਆਪਾਂ ਦੇਖੀਏ ਦੋਨੋਂ ਸੁਪਰ ਪਾਵਰ ਨੇ, ਬਹੁਤ ਤਕੜੇ ਦੇਸ਼ ਨੇ ਦੋਨੋਂ ਜਣੇ ਜੀ। ਤੇ ਅਫਗਾਨਿਸਤਾਨ ਕੋਲ ਇਹੋ ਜਿਹੇ ਕਿਹੜੇ ਬੰਬ ਨੇ, ਜੇ ਕਿਹੜੇ ਹਥਿਆਰ ਨੇ, ਜਾਂ ਅਜਿਹੀ ਕਿਹੜੀ ਤਾਕਤ ਸੀ ਕਿ ਉਹਨੂੰ ਦੋ ਸੁਪਰ ਪਾਵਰ ਨੂੰ ਹਰਾ ਕੇ ਦਿਖਾਤਾ ਉਹਨੇ। ਰਸ਼ੀਆ ਤੋਂ ਉਲਟ ਪਾਵਰਾਂ, ਚਾਹੇ ਉਹਦੇ ਵਿੱਚ ਅਮਰੀਕਾ ਨੂੰ ਗਿਣ ਲਓ ਜਾਂ ਹੋਰ ਵੈਸਟਰਨ ਮੁਲਕਾਂ ਨੂੰ ਗਿਣੋ, ਉਹ ਤਾਲਿਬਾਨ ਦੀ ਮਦਦ ਕਰ ਰਹੀਆਂ ਸੀ। ਅਫਗਾਨਿਸਤਾਨ ਦੀਆਂ ਮਾਵਾਂ ਇਹ ਗੱਲ ਕਹਿੰਦੀਆਂ ਸੀ ਆਪਣੇ ਬੱਚਿਆਂ ਨੂੰ, ਡਰ ਦਿੰਦੀਆਂ ਸੀ। ਕਿਹਦਾ ਡਰ ਦਿੰਦੀਆਂ ਸੀ? ਸਿੱਖ ਜਰਨੈਲ ਹਰੀ ਸਿੰਘ ਨਲੂਏ ਦਾ। ਇੰਨਾ ਡਰ ਸੀ ਉਹਦਾ ਕਿ ਸੋਜਾ ਪੁੱਤ ਨਲੂਆ ਆ ਜਾਊਗਾ। ਤੇ ਕੀ ਭਵਿੱਖ ਦੇਖਦੇ ਅਫਗਾਨਿਸਤਾਨ ਦਾ? ਦੇਖੋ, ਮੈਂ ਭਾਰਤ ਦਾ ਵੀ ਗਵਾਂਢੀ ਦੇਸ਼ ਆ, ਮਨੁੱਖੀ ਅਧਿਕਾਰਾਂ ਦੀ ਕਦਰ ਕਰਨਗੇ ਤੇ ਖਾਸ ਕਰ ਮਾਈਨੋਰਟੀਜ਼ ਦੀ ਕਦਰ ਕਰਨਗੇ, ਫਿਰ ਤਾਂ ਉਹਨਾਂ ਦੇ ਵਾਪਸ ਆਉਣ ਦਾ ਸਮਾਂ ਲੰਮਾ ਹੋ ਸਕਦਾ ਹੈ। ਨਹੀਂ ਤਾਂ ਫਿਰ ਕੋਈ ਨਾ ਕੋਈ ਅੜਚਨ ਆਊਗੀ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਜਿਸ ਦਿਨ ਇਜ਼ਰਾਈਲ ਨੇ ਮਾਨਤਾ ਦੇਤੀ, ਤੁਸੀਂ ਦੇਖ ਲਿਓ, ਉਸੇ ਦਿਨ ਇੰਡੀਆ ਵੀ ਮਾਨਤਾ ਦੇ, ਕਿਉਂਕਿ ਇਹ ਇੱਕ ਗਰੁੱਪ ਬਣ ਗਿਆ ਹੈ। ਕਿਵੇਂ ਇੱਕ ਹੋੜ ਮੱਚੀ ਹੋਈ ਹੈ ਕਿ ਬਸ ਜਹਾਜ਼ ਚੜ ਜੇ ਕਿਸੇ ਤਰੀਕੇ ਨਾਲ। ਸਵਾਲ ਤੁਹਾਡਾ ਬਿਲਕੁਲ ਠੀਕ ਹੈ। ਇੱਕ ਖੋਖ ਦੇ ਵਿੱਚ ਸਰਕਾਰ ਕਿੱਦਾਂ ਚੱਲੂਗੀ ਉਹ? ਪਰ ਮੇਰਾ ਇਹ ਵਿਚਾਰ ਹੈ ਕਿ ਇੰਨੀ ਜਲਦੀ ਭੱਜਣ ਵਾਲੇ ਲੋਕ ਉਹ ਨੇ ਜਿਹੜੇ ਪਿਛਲੇ 20 ਸਾਲ ਦੇ ਵਿੱਚ ਕਿਸੇ ਨਾ ਕਿਸੇ ਸਮੇਂ ਸਰਕਾਰ ਨੂੰ ਤਾਲਿਬਾਨਾਂ ਦੀ ਇਨਫੋਰਮੇਸ਼ਨ ਦਿੰਦੇ ਰਹੇ ਨੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਤੇ ਤਾਲਿਬਾਨ ਮਾਰ ਨਾ ਦੇਣ। ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਅਟੈਕ ਹੋਏ ਨੇ। ਜੀ। ਕਈ ਘੱਟ ਗਿਣਤੀ ਮਰੇ ਵੀ ਨੇ ਉੱਥੇ। ਜੀ। ਇਹ ਹੋ ਗਿਆ। ਪਰ ਇਸ ਨਾਲ ਇੱਕ ਸਵਾਲ ਆਪਣਾ ਹੋਰ ਜੋੜ ਦਿੰਦਾ ਹੈ ਕਿ ਅੱਜ ਉਹੀ ਤਾਲਿਬਾਨ ਭਰੋਸਾ ਦੇ ਰਿਹਾ ਕਿ ਘੱਟ ਗਿਣਤੀ ਹੈ ਤੇ ਸੁਰੱਖਿਆ ਦੇ ਰਹੇ ਨੇ ਉੱਥੇ। ਪਰ ਮੈਂ ਫਿਰ ਇਸ ਆਪਣੇ ਜਵਾਬ ਨੂੰ ਪਹਿਲੇ ਜਵਾਬ ਨਾਲ ਹੀ ਜੋੜਦਾ ਕਿ ਮੈਂ ਚਿੱਠੀ ਸਿੰਘਪੁਰਾ 'ਚ ਸਿੱਖਾਂ ਦਾ ਕਤਲ ਹੁੰਦਾ ਦੇਖਿਆ। ਅਣਖ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਆਪਣੇ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਅਫਗਾਨਿਸਤਾਨ ਦੀ ਤਾਲਿਬਾਨ ਦੀ। ਪਿਛਲੇ ਕੁਝ ਦਿਨਾਂ ਦੇ ਵਿੱਚ ਅਜਿਹਾ ਚੱਲਿਆ ਜਿਸ ਨੇ ਪੂਰੀ ਦੁਨੀਆ ਦੀ ਜਿਹੜੀ ਨਿਗਾਹ ਉਹ ਅਫਗਾਨਿਸਤਾਨ ਦੇ ਉੱਤੇ ਟਿਕੀ ਹੈ। ਕੁਝ ਦਿਨ ਪਹਿਲਾਂ ਆਪਾਂ ਖਬਰਾਂ ਸੁਣਿਆ ਹੋਣਾ ਕਿ ਅਮਰੀਕਾ ਦੀ ਆਰਮੀ ਤਾਲਿਬਾਨ ਨਾਲ ਉੱਥੇ ਟੇਬਲ ਟਾਕ ਹੋਈ ਹੈ, ਉਸ ਤੋਂ ਬਾਅਦ ਉਹ ਪਿੱਛੇ ਹਟੀ ਹੈ। ਪਰ ਮੈਂ ਕਹਿੰਦਾ 2 ਹਫ਼ਤਿਆਂ ਦੇ ਵਿੱਚ ਉਸ ਤੋਂ ਵੀ ਜਾਂ ਪਹਿਲਾਂ ਹੀ ਅੱਜ ਤਾਲਿਬਾਨ ਰਾਸ਼ਟਰਪਤੀ ਭਵਨ ਵਿੱਚ ਜਾ ਕੇ ਬਹਿ ਗਿਆ। ਤੇ ਬਹੁਤ ਵੱਡਾ ਇੱਕ ਚੇਂਜ ਜੋ ਕਿ ਬਦਲਾਵ ਉੱਥੇ ਆਇਆ ਹੈ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਵੱਲੋਂ। ਤੇ ਇਸ ਵੱਡੇ ਟੌਪਿਕ 'ਤੇ ਮੇਰੇ ਨਾਲ ਗੱਲ ਕਰਨ ਲਈ ਮੌਜੂਦ ਨੇ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ। ਪ੍ਰੋਫੈਸਰ ਤੁਹਾਡਾ ਸਵਾਗਤ ਹੈ ਸਾਡੇ ਨਾਲ ਇਸ ਟੌਪਿਕ ਦੇ ਨਾਲ ਜੁੜਨ ਦੇ ਲਈ। ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਜੇ ਗੱਲ ਕਰੀਏ ਆਪਾਂ ਤਾਲਿਬਾਨ ਅਫਗਾਨਿਸਤਾਨ ਦੀ, ਤਾਂ ਤਾਲਿਬਾਨ ਦਾ ਅਫਗਾਨਿਸਤਾਨ ਦੇ ਉੱਤੇ ਮੁਕੰਮਲ ਕਬਜ਼ਾ ਹੋ ਚੁੱਕਿਆ। ਅਗਲੇ ਰਾਸ਼ਟਰਪਤੀ ਭਵਨ ਦੇ ਵਿੱਚ ਜਾ ਕੇ ਬਹਿ ਚੁੱਕੇ ਨੇ ਤੇ ਹੁਣ ਆਪਣੀ ਐਡਮਿਨਿਸਟ੍ਰੇਸ਼ਨ ਆਪਣਾ ਪ੍ਰਸ਼ਾਸਨ ਚਲਾਉਣ ਨੂੰ ਤਿਆਰ ਬੈਠੇ ਨੇ। ਇਹ ਸਾਰੇ ਘਟਨਾ ਤੁਸੀਂ ਕਿਵੇਂ ਦੇਖਦੇ ਹੋ ਜੋ ਇਸ ਵਕਤ ਉਹਦਾ ਕਬਜ਼ਾ ਹੋ ਚੁੱਕਿਆ ਤਾਲਿਬਾਨ ਦਾ ਪੂਰੇ ਅਫਗਾਨਿਸਤਾਨ ਦੇ ਉੱਤੇ? ਗੱਲ ਇਹ ਹੈ ਦੀਪਨ ਜੀ ਕਿ ਜਿਹੜਾ ਅੱਜ ਕਬਜ਼ਾ ਲਫ਼ਜ਼ ਵਰਤਿਆ ਜਾ ਰਿਹਾ ਉਹ ਤਾਂ ਆਪਣੇ ਘਰ ਵਾਪਸ ਆਏ ਨੇ ਜੀ, ਤੇ ਉਹਨਾਂ ਦਾ ਘਰ ਉਹਨਾਂ ਤੋਂ ਖਾਲੀ ਕਰਵਾ ਲਿਆ ਗਿਆ ਸੀ ਅੱਜ ਤੋਂ 20 ਸਾਲ ਪਹਿਲਾਂ ਤਾਲਿਬਾਨ ਤੋਂ ਜੀ। ਅਮਰੀਕਨ ਫੋਰਸਿਸ ਨੇ ਜਦੋਂ 9/11 ਦੀਆਂ ਘਟਨਾਵਾਂ ਘਟੀਆਂ ਨੇ ਤੇ ਉਸਾਮਾ ਬਿਨ ਲਾਦਨ, ਜਿਹਨੂੰ ਕਿ ਅਮਰੀਕਾ ਵੱਡਾ ਆਪਣਾ ਦੁਸ਼ਮਣ ਸਮਝਦਾ ਸੀ ਜੀ, ਦੁਨੀਆ ਦੀਆਂ ਖਬਰਾਂ ਦੇ ਹਿਸਾਬ ਨਾਲ ਉਹਦੀ ਇੱਕ ਸਕੀਮ ਸੀ, ਹਮਲਾ ਸੀ ਜਿਹੜਾ ਉਹਨੇ ਕਰਵਾਇਆ ਜੀ। ਉਸ ਤੋਂ ਬਾਅਦ ਅਮਰੀਕਾ ਨੇ ਦੁਨੀਆ ਨੂੰ ਇਹ ਦੱਸਣ ਲਈ ਕਿ ਕੋਈ ਵੀ ਜਗ੍ਹਾ ਜਾਂ ਮੁਲਕ ਜਾਂ ਵਿਅਕਤੀ ਅਜਿਹਾ ਨਹੀਂ ਹੋਏਗਾ ਕਿ ਜਿਹੜਾ ਸਾਡੇ ਦੇਸ਼ 'ਚ ਆ ਕੇ ਹਮਲਾ ਕਰ ਸਕੇ। ਜੇ ਕੋਈ ਕਰਨ ਦੀ ਹਿੰਮਤ ਕਰੇਗਾ ਤਾਂ ਅਸੀਂ ਉਹਨੂੰ ਤਬਾਹ ਕਰ ਦਿਆਂਗੇ। ਅੱਛਾ ਜੀ। ਉਸ ਕਨਸੈਪਟ ਨੂੰ ਲੈ ਕੇ 2001 ਦੇ ਵਿੱਚ ਅਮਰੀਕਨ ਫੋਰਸਿਸ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਤਾਲਿਬਾਨ ਨੂੰ ਤੇ ਅਲ ਕਾਇਦਾ ਨੂੰ, ਜਿਹੜਾ ਕਿ ਉਸਾਮਾ ਬਿਨ ਲਾਦਨ ਦਾ ਆਊਟਫਿਟ ਸੀ, ਜਿਹੜਾ ਕਿ ਉਸ ਵਕਤ ਅਫਗਾਨਿਸਤਾਨ 'ਚ ਸਰਗਰਮ ਸੀ, ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਕੱਢਤਾ ਸੀ। ਜਿਵੇਂ ਕਿ ਕਾਬਲ, ਕੰਧਾਰ, ਜਿਹੜੇ ਵੱਡੇ ਵੱਡੇ ਸਟੇਸ਼ਨ ਸੀ ਉਹਨਾਂ ਤੋਂ ਬਾਹਰ ਕੱਢਿਆ ਗਿਆ ਸੀ। ਇਹ ਇੱਕ ਰਿਪੋਰਟਿੰਗ ਸੱਚਾਈ ਹੈ। ਇਹਦੇ ਵਿੱਚ 20 ਸਾਲ ਜਿਹੜਾ ਹੈ ਦੁਨੀਆ ਨੇ ਦੇਖਿਆ ਜੀ। ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ 2 ਹਫ਼ਤੇ ਤੋਂ ਇਹ ਲੱਗ ਰਿਹਾ ਹੈ ਦੁਨੀਆ ਨੂੰ ਕਿ ਫਿਰ ਦੁਬਾਰਾ ਤਾਲਿਬਾਨ
ਆਪਣੇ ਹੀ ਦੇਸ਼ ਵਿੱਚ ਮੁੜ ਕਾਬਜ ਹੋ ਗਏ ਨੇ। ਜੀ ਉਹਦੇ ਵਿੱਚ ਮੈਂ ਇਸ ਤਰ੍ਹਾਂ ਦੇਖਦਾ ਕਿ ਇਹੀ ਅਫਗਾਨਿਸਤਾਨ 'ਚ ਪਹਿਲਾਂ ਰਸ਼ੀਆ ਆਇਆ, ਉਹ ਵੀ ਇੱਕ ਮਹਾਂ ਸ਼ਕਤੀ ਸੀ, ਜੀ ਉਹ ਵੀ ਹਾਰ ਕੇ ਆਪਣੇ ਜੰਗੀ ਟੈਂਕ ਵੀ ਛੱਡ ਕੇ ਇੱਥੋਂ ਚਲਾ ਗਿਆ। ਜੀ ਅਮਰੀਕਾ ਨੇ ਸੋਚਿਆ ਕਿ ਜੇ ਮੈਂ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਾਂਗਾ, ਇੱਕ ਤਾਂ ਮੈਂ ਦੁਨੀਆ ਨੂੰ ਇਹ ਦਿਖਾ ਦਾਂਗਾ ਕਿ ਮੈਂ ਰਸ਼ੀਆ ਵਰਗੀ ਵੱਡੀ ਸ਼ਕਤੀ ਨਹੀਂ ਹਾਂ, ਮੈਂ ਉਸ ਤੋਂ ਵੀ ਵੱਡੀ ਸ਼ਕਤੀ ਹਾਂ, ਕਿ ਮੈਂ ਉਹਨਾਂ 'ਤੇ ਕਬਜ਼ਾ ਕਰਕੇ ਛੱਡਿਆ ਨਹੀਂ ਹੈ। ਜੀ ਪਰ ਆਖਰ ਉਹ ਦਿਨ ਆ ਗਿਆ। ਦੁਨੀਆ ਹੁਣ ਦੇਖ ਰਹੀ ਹੈ ਕਿ ਅਮਰੀਕਾ ਵੀ ਉੱਥੇ ਨਹੀਂ ਹੈ ਤੇ ਤਾਲਿਬਾਨ ਫਿਰ ਆਪਣੇ ਘਰ ਆ ਗਏ। ਜੀ ਸੋ ਇਹਦਾ ਤੱਤ ਇਹ ਨਿਕਲਦਾ ਹੈ, ਅੱਜ ਤੋਂ 5 ਮਹੀਨੇ ਪਹਿਲਾਂ ਦੋਹਾ ਜਗ੍ਹਾ ਦੇ ਉੱਪਰ ਤਾਲਿਬਾਨ ਦੀ ਅਮਰੀਕਨ ਮਿਲਟਰੀ ਦੇ ਨਾਲ ਜਾਂ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਟੇਬਲ ਟਾਕ ਹੋਈ ਹੈ ਤੇ ਦੁਨੀਆ ਨੇ ਪਹਿਲੀ ਵਾਰ ਦੇਖਿਆ ਹੈ ਕਿ ਹਥਿਆਰਬੰਦ ਲੜਾਈ ਲੜਦੇ ਕੁਝ ਖਾੜਕੂ ਜੀ ਸਮੇਤ ਹਥਿਆਰਾਂ ਭਾਵ ਸੀਜ਼ ਫਾਇਰ ਤੋਂ ਬਿਨਾਂ, ਜੰਗਬੰਦੀ ਦਾ ਐਲਾਨ ਕਰਨ ਤੋਂ ਬਿਨਾਂ ਗੱਲ ਕਰਨ ਆਏ ਨੇ। ਤੇ ਦੂਜੇ ਪਾਸੇ ਇੱਕ ਦੇਸ਼ ਨੇ ਜਿਹੜਾ ਕਿ ਦੁਨੀਆ ਦਾ ਪਾਵਰਫੁਲ ਦੇਸ਼ ਹੈ ਬਿਨਾਂ ਸ਼ੱਕ, ਅਮਰੀਕਾ, ਜਿਹਨੂੰ ਸੁਪਰ ਪਾਵਰ ਮੰਨਿਆ ਜਾਂਦਾ ਹੈ। ਮੈਂ ਕਹਿੰਦਾ ਕਿਉਂਕਿ ਜਦੋਂ ਤੁਸੀਂ ਸਾਰੇ ਦੁਨੀਆ ਦੇ ਰਿਪੋਰਟਸ ਨੂੰ ਜੋੜੋਗੇ, ਆਰਥਿਕ ਤੌਰ ਤੇ, ਮਿਲਟਰੀ ਪਾਵਰ ਦੇ ਤੌਰ ਤੇ, ਇਹ ਸਾਰਾ ਕੁਝ ਦੱਸੇਗਾ ਕਿ ਵਾਕਈ ਅਮਰੀਕਾ ਇੱਕ ਬਹੁਤ ਵੱਡੀ ਮਹਾਂਸ਼ਕਤੀ ਹੈ। ਉਹ 'ਚ ਤਾਂ ਕੋਈ ਸ਼ੱਕ ਨਹੀਂ ਹੈ। ਵੈਸੇ ਉਹਨੂੰ ਟੇਬਲ ਟਾਕ ਤੇ ਲੈ ਕੇ ਆਉਣ ਲਈ ਮਜਬੂਰ ਕੀਤਾ ਤਾਂ ਉਹ ਇਹਨਾਂ ਅਫਗਾਨੀਆਂ ਨੇ ਕੀਤਾ ਹੈ, ਜਿਨ੍ਹਾਂ ਨੇ ਕਦੇ ਰਸ਼ੀਆ ਨੂੰ ਕੀਤਾ ਸੀ। ਜੀ ਸੋ ਜਿਹੜਾ ਗਨੀ ਰਾਸ਼ਟਰਪਤੀ ਅੱਜ ਚਲੇ ਗਏ ਨੇ, ਭੱਜ ਗਏ। ਉਹਨਾਂ ਨੂੰ ਮੇਰੇ ਹਿਸਾਬ ਨਾਲ 5 ਮਹੀਨੇ ਪਹਿਲਾਂ ਹੀ ਇਹ ਗੱਲ ਵਾਰਤਾ ਸ਼ੁਰੂ ਕਰਨੀ ਚਾਹੀਦੀ ਸੀ ਕਿ ਤੁਸੀਂ ਕਿਸ ਦਿਨ ਆਉਣਾ ਹੈ, ਕਿਉਂਕਿ 5 ਮਹੀਨੇ ਦੀ ਗੱਲ ਮੈਂ ਤਾਂ ਕਰ ਰਿਹਾ ਕਿ ਇਹ ਟਾਈਮ ਮਿੱਥਿਆ ਗਿਆ ਸੀ ਅਮਰੀਕਾ ਵੱਲੋਂ ਤਾਲਿਬਾਨ ਨਾਲ ਗੱਲਬਾਤ ਦੇ ਵਿੱਚ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਟੋਟਲ ਆਪਣੀ ਮਿਲਟਰੀ ਹੌਲੀ ਹੌਲੀ ਕਰਕੇ ਅਫਗਾਨਿਸਤਾਨ ਚੋਂ ਕੱਢ ਲਾਂਗੇ ਤੇ ਤੁਸੀਂ ਆਪਣੇ ਤੌਰ ਤੇ ਜਿਵੇਂ ਠੀਕ ਸਮਝੋ ਕਰ ਲਿਓ। ਪਰ ਇੱਥੇ ਇਹ ਐਲਾਨ ਨਹੀਂ ਕੀਤਾ ਗਿਆ ਸੀ ਕਿ ਜਿਹੜਾ ਹੁਣ ਰਾਸ਼ਟਰਪਤੀ ਹੈ, ਜਿਹੜਾ ਕਿ ਅਮਰੀਕਾ ਦੀ ਸਪੋਰਟ ਨਾਲ ਬਣਿਆ ਹੈ, ਹਾਮਦ ਕਰਜ਼ਈ ਤੋਂ ਬਾਅਦ ਗਨੀ, ਮੁਹੰਮਦ ਗਨੀ, ਜਿਹੜੇ ਹੁਣ ਚਲੇ ਗਏ ਨੇ, ਜਿਨ੍ਹਾਂ ਨੇ ਕਜ਼ਾਕਿਸਤਾਨ ਦੇ ਵਿੱਚ ਜਾ ਕੇ ਸ਼ਰਨ ਲੈ ਲਈ ਹੈ, ਜੀ ਉਹਨਾਂ ਤੋਂ ਛੋਟਾ ਉਪ ਰਾਸ਼ਟਰਪਤੀ ਉਹ ਵੀ ਚਲੇ ਗਏ। ਬਿਲਕੁਲ। ਸੋ ਇਹ 5 ਮਹੀਨੇ ਪਹਿਲਾਂ ਸ਼ੁਰੂ ਹੋਈ ਅਮਰੀਕਾ ਦੀ ਫੋਰਸਿਸ ਨੂੰ ਬਾਹਰ ਕੱਢਣ ਦੀ ਨੀਤੀ ਦੇ ਤਹਿਤ ਹੀ ਹੋਇਆ ਜੀ। ਪਰ ਜੋ ਅੱਜ ਦਿਸ ਰਿਹਾ ਹੈ, ਇਹਦਾ ਪਤਾ ਤਜਰਬੇਕਾਰ ਲੋਕਾਂ ਨੂੰ ਜਦੋਂ ਦੋਹਾ ਦੀ ਮੀਟਿੰਗ ਸਫਲ ਕਹੀ ਗਈ ਸੀ ਵੀ ਹੋ ਗਈ ਹੈ ਸਾਡੀ, ਮੁੱਕ ਗਈ ਹੈ ਸਾਡੀ, ਅਸੀਂ ਫੌਜਾਂ ਕੱਢ ਲਾਂਗੇ ਤੇ ਸਾਡੀਆਂ ਫੌਜਾਂ ਦੇ ਉੱਪਰ ਤਾਲਿਬਾਨ ਹਮਲਾ ਨਹੀਂ ਕਰਨਗੇ, ਜਦੋਂ ਉਹ ਵਾਪਸ ਜਾ ਰਹੀਆਂ ਹੋਣਗੀਆਂ, ਅਮਰੀਕਾ ਨੇ ਇਹ ਸਮਝੌਤਾ ਕੀਤਾ, ਇਹਦੀ ਪਾਲਣਾ ਉਹਨਾਂ ਨੇ ਪੂਰੀ ਕੀਤੀ ਹੈ। ਜੀ ਤੇ ਉਸ ਤੋਂ ਬਾਅਦ ਹਾਲਾਂਕਿ ਇਹ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਵੱਡੇ ਹਵਾਈ ਅੱਡੇ ਨੇ, ਖਾਸ ਕਰ ਰਾਜਧਾਨੀ ਕਾਬਲ ਦੇ, ਉਹਦੇ ਉੱਤੇ ਜਿਹੜੀ ਸੁਰੱਖਿਆ ਹੈ ਉਹ ਹਜੇ ਅਮਰੀਕਾ ਹੀ ਕਰਦਾ ਹੈ। ਜੀ ਉਹਦੇ ਬਾਵਜੂਦ ਅੱਜ ਤਾਲਿਬਾਨ ਤੁਹਾਡੇ ਕਹਿਣ ਮੁਤਾਬਕ ਬਿਲਕੁਲ ਮੈਂ ਮੰਨਦਾ ਕਿ ਦੁਬਾਰਾ ਆਪਣੇ ਘਰ ਅਫਗਾਨਿਸਤਾਨ ਕਾਬਜ ਹੋ ਗਏ। ਪ੍ਰੋਫੈਸਰ, ਤੁਹਾਡੀ ਗੱਲ ਦੇ ਵਿੱਚ ਨਾ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਸਵਾਲ ਆਇਆ। ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਰਸ਼ੀਆ ਆਪਣੇ ਟੈਂਕ ਛੱਡ ਕੇ ਚਲਿਆ ਗਿਆ ਜੀ, ਤੇ ਅੱਜ ਅਮਰੀਕਾ ਨੂੰ ਵੀ ਅਗਲੇ ਨੇ ਹਰਾਤਾ ਇੱਕ ਤਰ੍ਹਾਂ ਦੇ, ਮੰਨ ਲਈ ਆਪਾਂ। ਠੀਕ ਹੈ ਜੀ। ਜੇ ਆਪਾਂ ਦੇਖੀਏ ਦੋਨੋਂ ਸੁਪਰ ਪਾਵਰ ਨੇ, ਬਹੁਤ ਤਕੜੇ ਦੇਸ਼ ਨੇ ਦੋਨੋਂ ਜਣੇ ਜੀ, ਤੇ ਅਫਗਾਨਿਸਤਾਨ ਕੋਲ ਇਹੋ ਜਿਹੇ ਕਿਹੜੇ ਬੰਬ ਨੇ, ਇਹੋ ਜਿਹੇ ਕਿਹੜੇ ਹਥਿਆਰ ਨੇ, ਜਾਂ ਅਜਿਹੀ ਕਿਹੜੀ ਤਾਕਤ ਸੀ ਕਿ ਉਹਨੂੰ ਦੋ ਸੁਪਰ ਪਾਵਰ ਨੂੰ ਹਰਾ ਕੇ ਦਿਖਾਤਾ ਉਹਨੇ? ਇੱਕ ਤਾਂ ਹੁੰਦਾ ਜੀ ਇੰਟਰਨੈਸ਼ਨਲ ਪੋਲਿਟਿਕਸ। ਜਿਹੜੇ ਬੰਦੇ ਅੱਜ ਦੇ ਯੁੱਗ ਵਿੱਚ ਸੰਘਰਸ਼ ਕਰਦੇ ਨੇ, ਜੀ, ਜਿਨ੍ਹਾਂ ਦਾ ਕਿਸੇ ਦੇਸ਼ ਨਾਲ ਜਾਂ ਦੇਸ਼ ਹੋ ਕੇ ਬਾਕੀ ਪਾਵਰਾਂ ਨਾਲ ਲੜਾਈ ਹੁੰਦੀ ਹੈ, ਉਹਨਾਂ ਨੂੰ ਇੰਟਰਨੈਸ਼ਨਲ ਪੋਲਿਟਿਕਸ ਸਮਝਣਾ ਬਹੁਤ ਜ਼ਰੂਰੀ ਹੈ। ਜੀ ਇੱਕ ਗੱਲ ਤਾਂ ਪੋਲਿਟਿਕਸ ਦੇ ਵਿੱਚ ਬਿਲਕੁਲ ਸਪਸ਼ਟ ਹੈ, ਚਾਹੇ ਉਹ ਨੈਸ਼ਨਲ ਪੋਲਿਟਿਕਸ ਹੋਵੇ ਚਾਹੇ ਉਹ ਇੰਟਰਨੈਸ਼ਨਲ ਪੋਲਿਟਿਕਸ ਹੋਵੇ, ਕਿ ਕੋਈ ਕਿਸੇ ਦਾ ਦੁਸ਼ਮਣ ਨਹੀਂ, ਕੋਈ ਕਿਸੇ ਦਾ ਮਿੱਤਰ ਨਹੀਂ। ਜੀ ਹਰ ਇੱਕ ਦੇਸ਼ ਜਾਂ ਧਿਰ ਆਪਣਾ ਮਫਾਦ ਦੇਖਦੀ ਹੈ। ਜੀ ਇਸੇ ਤਹਿਤ ਇਹ ਹੋਇਆ ਕਿ ਜਦੋਂ ਰਸ਼ੀਆ ਇੱਥੋਂ ਛੱਡ ਕੇ ਜਾ ਰਿਹਾ ਸੀ, ਇਹਨਾਂ ਹੀ ਤਾਲਿਬਾਨਾਂ ਦੇ ਹੱਥ ਸੌਂਪ ਕੇ
ਉਦੋਂ ਰਸ਼ੀਆ ਤੋਂ ਉਲਟ ਪਾਵਰਾਂ, ਚਾਹੇ ਉਹਦੇ ਵਿੱਚ ਅਮਰੀਕਾ ਨੂੰ ਗਿਣ ਲਓ ਜਾਂ ਹੋਰ ਵੈਸਟਰਨ ਮੁਲਕਾਂ ਨੂੰ ਗਿਣ ਲਓ, ਉਹ ਤਾਲਿਬਾਨ ਦੀ ਮਦਦ ਕਰ ਰਹੀਆਂ ਸੀ ਤੇ ਰਸ਼ੀਆ ਮਜਬੂਰ ਹੋ ਰਿਹਾ ਸੀ। ਅੱਜ ਪਿਛਲੇ 20 ਸਾਲ 'ਚ ਜੇ ਤਾਲਿਬਾਨ ਲੜੇ ਨੇ ਤਾਂ ਉਹਦੀ ਸਪੋਰਟ ਰਸ਼ੀਆ ਜਾਂ ਕੋਈ ਹੋਰ ਮੁਲਕ ਸਿੱਧੇ ਜਾਂ ਅਸਿੱਧੇ ਤੌਰ ਤੇ ਕਰ ਰਹੇ ਸੀ, ਕਿਉਂਕਿ ਉਹਨਾਂ ਦੇ ਆਪਣੇ ਮਫਾਦ ਸੀ ਕਿ ਸਾਡੇ ਤੋਂ ਵੱਡੀ ਕੋਈ ਸੁਪਰ ਪਾਵਰ ਉਨੀ ਪਾਵਰਫੁਲ ਨਾ ਰਹੇ ਕਿ ਕੱਲ ਸਾਡੇ ਤੇ ਵੀ ਹਮਲਾ ਕਰ ਲਵੇ। ਉਹ ਆਪਣੇ ਮਫਾਦ ਲਈ ਜਿਵੇਂ ਇਹਨਾਂ ਨਾਲ ਪਹਿਲਾਂ ਲੜਦੇ ਸੀ, ਉਦਾਂ ਹੀ ਇਹਨਾਂ ਦੀ ਮਦਦ ਵੀ ਕਰਦੀ ਸੀ। ਇੱਕ ਗੱਲ ਤਾਲਿਬਾਨ ਜਾਂ ਅਫਗਾਨੀਆਂ ਦੇ ਇਤਿਹਾਸਕ ਤੌਰ ਤੇ ਹਿੱਸੇ ਆਉਂਦੀ ਹੈ ਕਿ ਆਹ ਖਿੱਤਾ ਐਸਾ ਹੈ ਜਿਸ ਖਿੱਤੇ ਦੇ ਲੋਕਾਂ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ, ਭਾਵੇਂ ਜਿੰਨਾ ਮਰਜ਼ੀ ਆਪਣਾ ਨੁਕਸਾਨ ਕਰਾਇਆ। ਉਹਦਾ ਇੱਕ ਵਿਰਾਸਤ ਹੈ ਉਹਨਾਂ ਕੋਲ, ਉਸ ਵਿਰਾਸਤ ਨੂੰ ਦੁਬਾਰਾ ਉਹਨਾਂ ਨੇ ਸੱਚ ਕਰ ਦਿਖਾਇਆ। ਉਹਨਾਂ ਦਾ ਇਤਿਹਾਸ ਜੇ ਪੜ੍ਹਿਆ ਜਾਵੇ, ਜਿੰਨਾ ਕੁ ਸਾਡੇ ਨਾਲ ਸੰਬੰਧਿਤ ਹੈ, ਈਵਨ ਸਿੱਖਾਂ ਨਾਲ ਵੀ ਕਾਫੀ ਕਨਫਲਿਕਟ ਹੋਏ ਨੇ ਪੁਰਾਣੇ ਸਮਿਆਂ ਦੇ ਵਿੱਚ ਅਫਗਾਨ ਲੜਾਕਿਆਂ ਦੇ। ਈਵਨ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਇਹ ਅਫਗਾਨੀ ਤੇ ਈਰਾਨੀ ਲੋਕ ਸੀ ਜਿਹੜੇ ਸਾਡੇ ਤੇ ਹਮਲੇ ਕਰਦੇ ਸੀ। ਸਿਰਫ ਇੱਕ ਸਿੱਖ ਰਾਜ ਹੀ ਐਸਾ ਸੀ ਜਿਹੜਾ ਪਹਿਲਾਂ ਮਿਸਰਾਂ ਦੇ ਟਾਈਮ ਤੇ ਖਾਸ ਕਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ 'ਚ ਲੈ ਸਕਿਆ। ਜੀ ਬਿਲਕੁਲ। ਪਰ ਇੱਥੇ ਤੁਹਾਨੂੰ ਮੈਂ ਇੱਕ ਗੱਲ ਖਾਸ ਦੱਸ ਦਿੰਦਾ, ਅੱਜ ਇੱਕ ਖਿੱਤਾ ਹੈ ਜਿਹਨੂੰ ਅਸੀਂ ਕਸ਼ਮੀਰ ਕਹਿੰਦੇ ਹਾਂ, ਜਿਹਦਾ ਅੱਧਾ ਹਿੱਸਾ ਅੱਜ ਹਿੰਦੁਸਤਾਨ 'ਚ ਬੋਲਦਾ ਹੈ, ਅੱਧਾ ਹਿੱਸਾ ਪਾਕਿਸਤਾਨ 'ਚ ਬੋਲਦਾ ਹੈ। ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਜਿਹੜਾ ਕਸ਼ਮੀਰ ਹੈ ਉਹ ਅਸਲ ਵਿੱਚ ਅਫਗਾਨਿਸਤਾਨ ਦੀ ਇੱਕ ਪ੍ਰੋਵਿੰਸ ਸੀ, ਇੱਕ ਸਟੇਟ ਸੀ। ਅਫਗਾਨਿਸਤਾਨ ਤੋਂ ਆਪਣੇ ਕਬਜ਼ੇ 'ਚ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਜਰਨੈਲ ਹਰੀ ਸਿੰਘ ਨਲੂਆ ਦੇ ਤਹਿਤ ਲੈ ਕੇ ਆਏ ਸੀ, ਜਿਹੜਾ ਉਹ ਇੱਥੇ ਹੀ ਰਹਿ ਗਿਆ, ਉਹ ਉਹਨੂੰ ਵਾਪਸ ਨਹੀਂ ਲਿਜਾ ਸਕੇ। ਬਾਕੀ ਉਹਨਾਂ ਨਾਲ ਕੋਈ ਅੱਜ ਆਪਾਂ ਦੇਖ ਰਹੇ ਹਾਂ, ਗੱਲਾਂ ਕਰ ਰਹੇ ਹਾਂ, ਚਾਹੇ ਉਹ ਅਮਰੀਕਾ ਹੋਵੇ ਚਾਹੇ ਰਸ਼ੀਆ ਹੋਵੇ, ਉਹ ਹਥਿਆਰ ਛੁੱਟ ਕੇ ਚਲੇ ਗਏ ਨੇ। ਪਰ ਸਿੱਖ ਰਾਜ ਨੇ ਆਪਣੇ ਜਿੰਦੇ ਜੀ ਆਪਣੇ ਰਾਜ ਦੇ ਸਮੇਂ ਇਹਨਾਂ ਅਫਗਾਨਾਂ ਨੂੰ ਵੀ ਆਪਣੇ ਥੱਲੇ ਲਾਇਆ ਸੀ। ਤੇ ਇੱਕ ਕਹਾਵਤ ਮਸ਼ਹੂਰ ਹੈ, ਜਦੋਂ ਤੁਹਾਡੇ ਕਿਸੇ ਖਿੱਤੇ ਦੀਆਂ ਮਾਵਾਂ ਭੈਣਾਂ ਪਰਿਵਾਰ ਕੋਈ ਗੱਲ ਆਪਣੇ ਕਲਚਰ ਦੇ ਵਿੱਚ ਲੈ ਲੈਂਦੇ ਨੇ ਤਾਂ ਉਹ ਅਸਲੀਅਤ ਮੰਨੀ ਜਾਂਦੀ ਹੈ। ਉਸ ਵਕਤ ਇਹ ਮਸ਼ਹੂਰ ਸੀ ਕਿ ਕਾਬਲ ਦੀਆਂ ਮਾਵਾਂ, ਅਫਗਾਨਿਸਤਾਨ ਦੀਆਂ ਮਾਵਾਂ ਇਹ ਗੱਲ ਕਹਿੰਦੀਆਂ ਸੀ ਆਪਣੇ ਬੱਚਿਆਂ ਨੂੰ, ਡਰ ਦਿੰਦੀਆਂ ਸੀ। ਕਿਹਦਾ ਡਰ ਦਿੰਦੀਆਂ ਸੀ? ਸਿੱਖ ਜਰਨੈਲ ਹਰੀ ਸਿੰਘ ਨਲੂਏ ਦਾ। ਇੰਨਾ ਡਰ ਸੀ ਉਹਦਾ ਕਿ ਸੋਜਾ ਪੁੱਤ ਨਲੂਆ ਆ ਜਾਊਗਾ। ਸੋ ਮਤਲਬ ਕਹਿਣ ਤੋਂ ਕਲਚਰ ਤੱਕ ਕੁਝ ਹੀ ਸਾਲਾਂ ਦੇ ਵਿੱਚ ਜੇ ਕੋਈ ਘਰ ਕਰ ਸਕਿਆ ਤਾਂ ਉਹ ਲਾਹੌਰ ਦਰਬਾਰ ਕਰ ਸਕਿਆ, ਸਿੱਖ ਰਾਜ ਕਰ ਸਕਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਰ ਸਕਿਆ ਤੇ ਹਰੀ ਸਿੰਘ ਨਲੂਆ ਦੇ ਅੰਡਰ ਕਰ ਸਕਿਆ। ਪ੍ਰੋਫੈਸਰ ਸਾਹਿਬ, ਰਾਜ ਤਾਂ ਉਹਨੇ ਆਪਣੇ ਕਬਜ਼ੇ ਲੈ ਲਿਆ ਹੈ ਨਾ, ਜੇ ਕਹਿ ਲਓ ਕਿ ਆਪਾਂ ਦੁਬਾਰਾ ਮੁੜ ਤੋਂ ਉਹ ਕਾਬਿਲ ਤਾਂ ਹੋ ਗਏ ਨੇ, ਪਰ ਹੁਣ ਆਪਾਂ ਗੱਲ ਕਰੀਏ ਉਹਨਾਂ ਦੇ ਰੂਲ ਦੀ, ਜੇ ਦੁਬਾਰਾ ਗੱਲ ਕਰੀਏ ਰਾਜ ਚਲਾਉਣ ਦੀ, ਤੇ ਕੀ ਭਵਿੱਖ ਦੇਖਦੇ ਹੋ ਅਫਗਾਨਿਸਤਾਨ ਦਾ? ਦੇਖੋ, ਮੈਂ ਭਾਰਤ ਦਾ ਵੀ ਗਵਾਂਢੀ ਦੇਸ਼ ਆ ਉਹ। ਮੈਂ ਇੱਥੇ ਜਾਣਾ 1972 ਤੇ 1972 ਦੀਆਂ ਤਸਵੀਰਾਂ ਜੇ ਤੁਸੀਂ ਪੁਰਾਣਾ ਸਿਸਟਮ ਕੱਢ ਕੇ ਦੇਖੋ, ਜਿਹਾ ਜੀ ਨਿਊਯਾਰਕ ਲੰਡਨ ਦੇ ਵਿੱਚ ਬੇਟੀਆਂ ਦੇ ਬਸਤਰ ਨੇ, ਕੱਪੜੇ ਪਹਿਨਣ ਦਾ ਤਰੀਕਾ ਹੈ, ਆਜ਼ਾਦੀ ਆ ਭਾਵ ਮੇਰਾ ਕਹਿਣ ਤੋਂ, ਉਹ ਤੁਸੀਂ 1972 ਤੋਂ ਪਹਿਲਾਂ ਕਾਬਲ ਤੇ ਅਫਗਾਨਿਸਤਾਨ 'ਚ ਵੀ ਦੇਖੋਗੇ ਜੀ। ਇੰਨੀ ਆਜ਼ਾਦੀ ਸੀ। ਜਿਹੜਾ ਬਾਦਸ਼ਾਹ ਸੀ ਉੱਥੋਂ ਅਫਗਾਨਿਸਤਾਨ ਦਾ, ਹੈ ਤਾਂ ਉਹ ਅਫਗਾਨੀ ਸੀ, ਪਰ ਉਹਨੇ ਪੜ੍ਹਾਈ ਦੇ ਉੱਤੇ ਤੇ ਸਾਰਿਆਂ ਨੂੰ ਬਰਾਬਰ ਤੇ ਸਾਰਿਆਂ ਨੂੰ ਇੱਕ ਜਿਵੇਂ ਵੈਸਟਰਨ ਕਲਚਰ ਦੇ ਵਿੱਚ ਹੈਗਾ, ਜਿਵੇਂ ਯੂਰਪੀਅਨ ਕਲਚਰ ਦੇ ਵਿੱਚ ਹੈਗਾ, ਹੁਣ ਇੰਡੀਆ ਵਿੱਚ ਵੀ ਹੈਗਾ, ਉਹ ਚੀਜ਼ ਉਹਨੇ ਅਪਣਾਈ ਹੋਈ ਸੀ ਤੇ ਲੋਕ ਬਹੁਤ ਖੁਸ਼ ਸੀ। ਪਰ ਕੱਟੜਵਾਦੀ ਮੁਸਲਿਮ ਆਊਟਫਿਟਸ ਨੇ ਦਾ ਫਾਇਦਾ ਉਠਾ ਕੇ ਕਿਸੇ ਪਾਵਰ ਨੇ ਉਹਨਾਂ ਨੂੰ ਪ੍ਰਵੋਕ ਕੀਤਾ ਤੇ ਆਪਣੇ ਹੀ ਰਾਜੇ ਦੇ ਖਿਲਾਫ ਮੁਜਾਹਦੀਨਾਂ ਨੂੰ ਲੜਾਇਆ ਜੀ। ਤੇ ਇਹਨਾਂ ਤਾਲਿਬਾਨ ਕਹੀ ਜਾਣੀਆਂ ਪਾਵਰਾਂ ਨੇ ਉਹ ਕਲਚਰ ਜਿਹੜਾ ਖਤਮ ਕਰਤਾ ਹੈ। ਮੈਂ ਇਹ ਕੱਲ ਤਾਂ ਦੱਸੀ ਹੈ ਕਿ ਜਿਹੜਾ ਤੁਸੀਂ ਅੱਜ ਦੇ ਰਾਜ ਦੀ ਗੱਲ ਕੀਤੀ ਹੈ, 20 ਸਾਲ ਪਹਿਲਾਂ ਜਦੋਂ ਤਾਲਿਬਾਨ ਨੂੰ ਕੱਢਿਆ ਗਿਆ ਸੀ ਤਾਂ ਅਮਰੀਕਾ ਨੇ ਵੀ ਇਹੀ ਪ੍ਰਚਾਰ ਕੀਤਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਨੇ, ਇਹ ਅੱਧੀ ਜਨਤਾ ਭਾਵ ਲੜਕੀਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਦੇ ਨੇ, ਇਹ ਲੜਕੀਆਂ ਨੂੰ ਜ਼ਬਰਦਸਤੀ ਹਿਜਾਬ ਪਾਉਂਦੇ ਨੇ। ਇਹ ਗੱਲਾਂ ਕਰਕੇ ਉਹਨਾਂ ਨੇ ਵੈਸਟਰਨ ਦੇਸ਼ਾਂ ਦੀ ਹਮਾਇਤ ਲਈ ਸੀ। ਪਰ ਅੱਜ ਜਿਹੜੇ ਤਾਲਿਬਾਨ ਨੇ ਪਤਾ ਨਹੀਂ 20 ਸਾਲ 'ਚ ਇਹਨਾਂ ਨੇ ਸਿੱਖਿਆ, ਹਜੇ ਅੱਗੇ ਵੀ ਅਸੀਂ ਦੇਖਾਂਗੇ ਕੀ ਕਰਦੇ ਨੇ। ਇਹਨਾਂ ਨੇ ਪਹਿਲਾ ਬਿਆਨ ਹੀ ਦਿੱਤਾ ਹੈ
ਦੁਬਾਰਾ ਆਉਣ ਤੋਂ ਅੱਜ ਪਰਸੋਂ ਕਿ ਅਸੀਂ ਲੜਕੀਆਂ ਨੂੰ ਬਰਾਬਰ ਦੀ ਪੜ੍ਹਾਈ ਦੇ ਮੌਕੇ ਦੇਵਾਂਗੇ ਤੇ ਅਸੀਂ ਉਹਨਾਂ ਦੇ ਅਧਿਕਾਰ ਦੂਜੇ ਇਨਸਾਨਾਂ ਦੇ ਮਰਦਾਂ ਦੇ ਬਰਾਬਰ ਰੱਖਾਂਗੇ। ਸੋ ਭਾਵ ਜੇ ਤਾਂ ਉਹ ਵਾਕਈ ਆਪਣੇ ਕੰਮਕਾਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਕਦਰ ਕਰਨਗੇ ਤੇ ਖਾਸ ਕਰ ਮਾਈਨੋਰਟੀਜ਼ ਦੀ ਕਦਰ ਕਰਨਗੇ, ਫਿਰ ਤਾਂ ਉਹਨਾਂ ਦੇ ਵਾਪਸ ਆਉਣ ਦਾ ਸਮਾਂ ਲੰਮਾ ਹੋ ਸਕਦਾ ਹੈ। ਨਹੀਂ ਤਾਂ ਫਿਰ ਕੋਈ ਨਾ ਕੋਈ ਅੜਚਨ ਆਊਗੀ, ਉਹ ਅਗਲੇ ਸਮੇਂ 'ਚ ਦੇਖਾਂਗੇ। ਕਿ ਜਾਣ ਤੋਂ ਪਹਿਲਾਂ ਪਹਿਰਾਵਾ ਅਮਰੀਕਾ ਵਰਗਾ ਤੁਸੀਂ ਇਹ ਕਿਹਾ ਜੀ ਜੀ, ਤੇ ਵਿੱਚ ਜੀ ਉਹਨਾਂ ਨੇ ਕਿਹਾ ਕਿ ਔਰਤਾਂ ਦੇ ਅਧਿਕਾਰ ਘੱਟ ਹੋ ਜਾਣਗੇ। ਬਿਲਕੁਲ ਇਹ ਚੀਜ਼ਾਂ ਹੁਣ ਵੀ ਪ੍ਰਚਾਰੀ ਗਈਆਂ ਨੇ, ਮਤਲਬ ਕਿ ਬਾਹਰ ਦੇ ਹੋਰ ਕੰਟਰੀਆਂ ਦਾ ਇਸ ਤੇ ਪੂਰਾ ਕੰਟਰੋਲ ਰਿਹਾ ਅਫਗਾਨਿਸਤਾਨ ਦੇ ਉੱਤੇ। ਮੈਂ ਤੁਹਾਨੂੰ ਸਿੱਧਾ ਤਾਂ ਪੁੱਛਾਂ ਕਿ ਅਫਗਾਨਿਸਤਾਨ ਦੇ ਜੋ ਕੰਟਰੀਆਂ ਦਾ ਕੰਟਰੋਲ ਰਿਹਾ ਹੁਣ ਵੀ ਰਸ਼ੀਆ ਹੋ ਗਿਆ, ਚਾਈਨਾ ਹੋ ਗਿਆ, ਤੁਰਕੀ ਹੋ ਗਿਆ, ਪਾਕਿਸਤਾਨ ਹੋ ਗਿਆ, ਇਹਨਾਂ ਨੇ ਕਿਹਾ ਕਿ ਸਾਡੇ ਉੱਥੇ ਜਿਹੜੇ ਦੂਤਾਘਰ ਨੇ ਉਹ ਉੱਥੇ ਰਹਿਣਗੇ, ਉਹ ਸਾਡੇ ਜਿਹੜੇ ਹਾਈ ਕਮਿਸ਼ਨ ਉੱਥੇ ਰਹਿਣਗੇ, ਹਿੱਲਣਗੇ ਨਹੀਂ ਉਹ। ਜੇ ਆਪਾਂ ਦੇਖੀਏ ਬਾਕੀ ਮੁਲਕਾਂ ਦਾ ਕੀ ਪ੍ਰਭਾਵ ਹੈ, ਹੁਣ ਦੀ ਗੱਲ ਕਰੀਏ ਆਪਾਂ, ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਉਹ ਦੁਬਾਰਾ ਆਏ ਨੇ, ਜਿਨ੍ਹਾਂ ਦੇਸ਼ਾਂ ਨੂੰ ਤਾਂ ਉਹਨਾਂ ਦੀ ਗੱਲ ਚੰਗੀ ਲੱਗੀ ਹੈ, ਜਿਹੜੀ ਮੈਂ ਦੱਸੀ ਹੈ ਵੀ ਅਸੀਂ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਵਾਂਗੇ, ਉਹਨਾਂ ਨੇ ਵਿਸ਼ਵਾਸ ਕਰ ਲਿਆ ਵੀ ਹੁਣ ਇਹ ਅਗਲੇ ਪਹਿਲਾਂ ਵਾਲੀ ਗਲਤੀ ਨਹੀਂ ਕਰਨਗੇ। ਉਹਨਾਂ ਨੇ ਤਾਂ ਮਾਨਤਾ ਦੇਤੀ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਦੇਸ਼ਾਂ ਦਾ, ਤੇ ਜਿਨ੍ਹਾਂ ਨੂੰ ਹਜੇ ਸ਼ੱਕ ਹੈ ਕਿ ਇਹ ਕਹਿੰਦੇ ਤਾਂ ਹਨ ਪਰ ਕਰਨਗੇ ਨਹੀਂ, ਉਹਨਾਂ ਨੇ ਹਜੇ ਮਾਨਤਾ ਨਹੀਂ ਦਿੱਤੀ। ਅਸਲ ਕੀ ਹੈ? ਅਸਲ ਇਹ ਹੈ ਕਿ ਹਰ ਬੰਦਾ, ਮੈਂ ਦੁਬਾਰਾ ਕਹਾਂਗਾ, ਕਿ ਆਪਣੇ ਫਾਇਦੇ ਦੀ ਗੱਲ ਕਰਦਾ ਹੈ, ਆਪਣੀ ਪਾਲਿਸੀ ਦੀ ਗੱਲ ਕਰਦਾ ਹੈ। ਮੈਂ ਤੁਹਾਨੂੰ ਇੱਥੇ ਇੱਕ ਨੁਕਤਾ ਤੁਹਾਡੇ ਸਾਹਮਣੇ ਮੀਡੀਆ 'ਚ ਕਹਿਣਾ ਚਾਹੁੰਦਾ, ਇੰਡੀਆ ਨੇ ਹਜੇ ਮਾਨਤਾ ਨਹੀਂ ਦਿੱਤੀ ਜੀ। ਇੰਡੀਆ ਦੇ ਨਾਲ ਚੱਲਣ ਵਾਲੇ ਜਿਹੜੇ ਇੰਡੀਅਨ ਚੈਨਲ ਨੇ ਉਹ ਹਜੇ ਤਾਲਿਬਾਨਾਂ ਨੂੰ ਮਾੜੀ ਨਜ਼ਰ ਨਾਲ ਦੇਖ ਰਹੇ ਨੇ, ਉਹ ਉਹਨਾਂ ਦਾ ਵਿਸ਼ਲੇਸ਼ਣ ਉੱਦਾਂ ਕਰ ਰਹੇ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਜਿਸ ਦਿਨ ਇਜ਼ਰਾਈਲ ਨੇ ਮਾਨਤਾ ਦੇਤੀ, ਤੁਸੀਂ ਦੇਖ ਲਿਓ, ਉਸੇ ਦਿਨ ਇੰਡੀਆ ਵੀ ਮਾਨਤਾ ਦਿਆ, ਕਿਉਂਕਿ ਇਹ ਇੱਕ ਗਰੁੱਪ ਬਣ ਗਿਆ ਇੰਟਰਨੈਸ਼ਨਲ ਲੈਵਲ ਤੇ, ਜਿਹੜਾ ਜਿਹਦੇ ਨਾਲ ਗਰੁੱਪ ਬਣਾ ਕੇ ਚੱਲ ਰਿਹਾ ਹੈ, ਉਹ ਉਹਦੇ ਮੁਤਾਬਕ ਆਪਣੀ ਦੋਸਤੀ ਦੇ ਨਾਲ ਆਪਣੇ ਮਫਾਦ ਦੇਖਣ ਵਾਸਤੇ ਦੇਸ਼ ਦੀ, ਇੰਡੀਆ ਆਪਣੇ ਮਫਾਦਾਂ ਨੂੰ ਅੱਜ ਦੀ ਅਫਗਾਨਿਸਤਾਨ ਦੇ ਤਾਲਿਬਾਨਾਂ ਦੀ ਵਾਪਸੀ ਦੇ ਵਿੱਚ ਇੰਡੀਆ ਸੁਰੱਖਿਅਤ ਨਹੀਂ ਸਮਝ ਰਿਹਾ। ਹਾਲਾਂਕਿ ਇੰਡੀਆ ਇੱਕ ਉਦਾਰਵਾਦੀ ਦੇਸ਼ ਸੀਗਾ, ਉਹਨੂੰ ਆਪਣੀ ਨੀਤੀ ਉਦਾਰਵਾਦੀ ਰੱਖਣੀ ਚਾਹੀਦੀ ਸੀ, ਪਰ ਜਦੋਂ ਦੀ ਆ ਦੁਬਾਰਾ ਬੀਜੇਪੀ ਆਈ ਹੈ, ਬੀਜੇਪੀ ਨੇ ਇਹਨੂੰ ਉਦਾਰਵਾਦੀ ਹੋਣ ਦੀ ਬਜਾਏ ਇੱਕ ਹਿੰਦੂ ਰਾਸ਼ਟਰ ਬਣਾ ਦਿੱਤਾ ਹੈ। ਤੇ ਹਿੰਦੂ ਰਾਸ਼ਟਰ ਜਿਹੜਾ ਇੱਕ ਸੋਚ ਨੂੰ ਪ੍ਰਮੋਟ ਕਰੇਗਾ, ਉਹ ਉਦਾਰਵਾਦੀ ਨਹੀਂ ਹੋ ਸਕਦਾ। ਤੇ ਜੇ ਉਦਾਰਵਾਦੀ ਨਹੀਂ ਹੋਊਗਾ ਤਾਂ ਉਹ ਤਾਲਿਬਾਨਾਂ ਵਰਗੇ ਰਾਜ ਨੂੰ ਮਾਨਤਾ ਫਿਲਹਾਲ ਤਾਂ ਨਹੀਂ ਦਊਗਾ, ਪਰ ਅੱਗੇ ਆ ਕੇ ਜੇ ਉਹਨਾਂ ਨੂੰ ਲੱਗੂਗਾ ਕਿ ਸਾਡੇ ਵਪਾਰਕ ਸੰਬੰਧ, ਜਿਵੇਂ ਪਾਕਿਸਤਾਨ ਨਾਲ ਅੱਜ ਵੀ ਉਹਨਾਂ ਦੇ ਵਪਾਰਕ ਸੰਬੰਧ ਨੇ, ਭਾਵੇਂ ਕਿ ਬੋਲਣ ਵਿੱਚੋਂ ਬੋਲਦੇ ਨੇ ਕਿ ਸਾਡਾ ਦੁਸ਼ਮਣ ਹੈ ਇੰਡੀਆ ਵਾਲੇ, ਪਰ ਅੱਜ ਵੀ ਵਪਾਰਕ ਸੰਬੰਧ ਹਨ। ਹਾਂ, ਇੱਕ ਜ਼ਰੂਰ ਹੈ ਕਿ ਜਿਹੜਾ ਇੰਡੀਆ ਹੈ, ਜਿਹੜਾ ਅਫਗਾਨਿਸਤਾਨ ਹੈ, ਉਹਦੇ ਵਿੱਚ ਪਾਕਿਸਤਾਨ ਪੈਂਦਾ ਹੈ। ਜਿਹੜਾ ਸੜਕੀ ਸਫ਼ਰ ਹੈ, ਵਪਾਰ ਹੈ, ਉਹ ਸਾਰਾ ਹੀ ਪਾਕਿਸਤਾਨ ਦੇ ਵਿੱਚੋਂ ਲੰਘ ਕੇ ਕਰਨਾ ਪੈਂਦਾ ਹੈ। ਹਾਮਦ ਕਰਜ਼ਈ ਦਾ, ਜਾਂ ਐਂ ਕਹਿ ਲਓ ਵੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਅਮਰੀਕਾ ਦੀ ਪਾਵਰ ਦੇ ਥੱਲੇ ਅਫਗਾਨੀ ਰਾਸ਼ਟਰਪਤੀ ਬਣਦੇ ਸੀ, ਉਦੋਂ ਵਪਾਰ ਚੱਲਦਾ ਰਿਹਾ ਇੰਡੀਆ ਦਾ। ਹੁਣ ਅੱਗੇ ਜੇ ਉਹ ਤਾਲਿਬਾਨਾਂ ਨਾਲ ਅੰਡਰਸਟੈਂਡਿੰਗ, ਜਾਂ ਮੈਂ ਇਹ ਵੀ ਕਹਾਂਗਾ ਜੇ ਤਾਲਿਬਾਨ ਆਪਣਾ ਉਦਾਰਵਾਦੀ ਚਿਹਰਾ ਪ੍ਰਗਟ ਕਰਨਗੇ ਦੁਨੀਆ ਵਿੱਚ, ਤਾਂ ਇੰਡੀਆ ਵਰਗੇ ਮੁਲਕਾਂ ਨੂੰ ਵੀ ਪਾਕਿਸਤਾਨ ਵਾਂਗ, ਇਹ ਤਿੰਨੇ ਗੁਆਂਢੀ ਮੁਲਕ ਨੇ, ਪਾਕਿਸਤਾਨ, ਇੰਡੀਆ ਤੇ ਅਫਗਾਨਿਸਤਾਨ, ਇਹਨਾਂ ਨੂੰ ਵਪਾਰ ਕਰਨਾ ਚਾਹੀਦਾ। ਪਰ ਜਿਹੜੀ ਅੱਜ ਸੈਂਟਰ ਦੇ ਵਿੱਚ, ਇੰਡੀਅਨ ਸੈਂਟਰ ਦੇ ਵਿੱਚ ਰਾਜ ਕਰਦੀ ਧਿਰ ਹੈ, ਮੋਦੀ ਸਰਕਾਰ, ਜਿਵੇਂ ਇੱਥੇ ਕਿਸਾਨ 9 ਮਹੀਨੇ ਤੋਂ ਬੈਠੇ ਨੇ ਤੇ ਉਹ ਉਹਨਾਂ ਦੀ ਪਰਵਾਹ ਨਹੀਂ ਕਰ ਰਹੇ, ਜੇ ਇਸ ਤਰ੍ਹਾਂ ਦੀ ਨੀਤੀ ਤੇ ਚੱਲੇਗੀ ਇੰਡੀਆ, ਤਾਂ ਫਿਰ ਇਹਨਾਂ ਦਾ ਅਫਗਾਨਿਸਤਾਨ ਦੇ ਨਾਲ ਮੇਲ ਹੋਣਾ ਮੁਸ਼ਕਿਲ ਹੈ। ਪਰ ਇੱਕ ਗੱਲ ਉੱਥੇ ਖਾਸ ਦੇਖੀ ਹੈ ਮੈਂ, ਕਿ ਉੱਥੋਂ ਦੀ ਘੱਟ ਗਿਣਤੀ, ਜਿਹਦੇ ਵਿੱਚ ਸਿੱਖ ਵੀ ਆਉਂਦੇ ਨੇ, ਹਿੰਦੂ ਵੀ ਆਉਂਦੇ ਨੇ, ਉਹਨਾਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਲਿਬਾਨ ਕਿ ਅਸੀਂ ਤੁਹਾਡੇ ਹੱਕ ਹਕੂਕ ਜਿਹੜੇ ਨੇ। ਵੈਸੇ ਤੁਸੀਂ ਗੱਲ ਕੀਤੀ ਆਪਾਂ ਦੇਸ਼ਾਂ ਦੇ ਮਾਨਵਤਾ ਦੇਣ ਦੀ, ਜੀ ਕਈ ਦੇਸ਼ ਮਾਨਵਤਾ ਦੇ ਰਹੇ ਨੇ, ਕਈ ਨਹੀਂ ਦੇ ਰਹੇ, ਚਾਹੇ ਇੰਡੀਆ ਨਹੀਂ ਦੇ ਰਿਹਾ, ਕੁਝ ਦੇ ਵੀ ਰਹੇ ਨੇ। ਪਰ ਜੇ ਗੱਲ ਕਰੀਏ ਆਪਾਂ ਉੱਥੇ ਦੇ ਸਿਟੀਜ਼ਨ ਦੀ, ਉਹਨਾਂ ਨੇ ਨਾਗਰਿਕ ਹਜੇ ਮਾਨਤਾ ਤਾਂ ਉਹਨਾਂ ਨੇ ਦਿੱਤੀ ਕਿ ਸਰਕਾਰ ਨੂੰ। ਆਪਾਂ ਪਿਛਲੇ ਦਿਨ ਆਪਾਂ ਖਬਰਾਂ ਦੇਖੀਆਂ, ਵੀਡੀਓ ਦੇਖੀਆਂ ਨੇ, ਉੜਦੇ ਜਹਾਜ਼ ਦੇ ਵਿੱਚ ਲੋਕ ਗਿਰਦੇ ਪਏ ਨੇ, ਕਿਵੇਂ ਇੱਕ ਹੋੜ ਮੱਚੀ ਹੋਈ ਹੈ ਕਿ ਬਸ ਜਹਾਜ਼ ਚੜ੍ਹ ਜੇ ਕਿਸੇ ਤਰੀਕੇ ਨਾਲ, ਤੇ ਦੇਖੋ ਕਿੰਨਾ ਖੌਫ ਹੋਏਗਾ। ਪਹਿਲਾਂ ਜਿਹੜੀ ਮਾਨਤਾ ਉਹਨਾਂ ਦੇ ਲੋਕ ਉੱਥੇ ਨਾਗਰਿਕਾਂ ਨੂੰ ਦੇਣੀ ਨਹੀਂ ਬਣਦੀ ਹੈਗੀ। ਸਵਾਲ ਤੁਹਾਡਾ ਬਿਲਕੁਲ ਠੀਕ ਹੈ, ਇੱਕ ਖੌਫ ਦੇ ਵਿੱਚ ਸਰਕਾਰ ਕਿੱਦਾਂ ਚੱਲੂਗੀ? ਉਹ ਸਵਾਲ ਤੁਹਾਡਾ ਬਿਲਕੁਲ ਠੀਕ ਹੈ। ਜੋ ਦਿਸ ਰਿਹਾ ਹੈ, ਕੱਲ ਸਭ ਨੇ ਦੇਖਿਆ ਕਿ ਜਹਾਜ਼ ਤੋਂ ਗਿਰ ਕੇ
ਜਿਹੜੇ ਕੁਝ ਇਨਸਾਨ ਜਿਹੜੇ ਨੇ ਉਹ ਮੌਤ ਦੇ ਘਾਟ ਉਤਰ ਜੀ। ਗਏ। ਉਹਨਾਂ ਨੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰਨਾ ਜ਼ਿਆਦਾ ਠੀਕ ਸਮਝਿਆ ਜੀ ਬਨਸਪਤ ਕਿ ਉਹ ਅਫਗਾਨਿਸਤਾਨ 'ਚ ਰਹਿਣ। ਜੀ ਇਹ ਮੇਨ ਸਵਾਲ ਹੈ ਅੱਜ ਦਾ, ਜੀ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਹੈ, ਮਨੁੱਖਤਾ ਨੂੰ ਪਿਆਰ ਕਰਦਾ ਹੈ, ਮੈਂ ਆ ਤੁਸੀਂ ਹੋ ਜਾਂ ਸਾਡੇ ਸੁਣਨ ਵਾਲੇ ਲੋਕ ਨੇ, ਉਹ ਉਹਨਾਂ ਲਈ ਇਹ ਜ਼ਰੂਰੀ ਸਵਾਲ ਹੈ। ਪਰ ਇਹ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਆਖਰ ਕੈਸੀ ਗੱਲ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਤਾਲਿਬਾਨ ਨੇ ਕੀਤੀ ਹੈ ਕਿ ਉਹ ਲੋਕ ਇੱਥੋਂ ਭੱਜਣ ਲਈ ਤਿਆਰ ਹੋ ਗਏ ਨੇ, ਤੇ ਜਿਹੜੇ ਰਹਿ ਰਹੇ ਨੇ ਉਹ ਕਿਉਂ ਰਹਿ ਰਹੇ ਨੇ, ਇਹ ਇੱਕ ਸਵਾਲ ਹੈ। ਮੈਂ ਇਹਦਾ ਜਵਾਬ ਇਹ ਦਾਂਗਾ, ਬੇਸ਼ੱਕ ਅੱਜ ਨਹੀਂ ਕਿਸੇ ਨੂੰ ਇਸ ਗੱਲ ਦਾ ਜਵਾਬ ਆਊਗਾ, ਉਹਦਾ ਥੋੜੇ ਸਮੇਂ ਬਾਅਦ ਉਹਦਾ ਜਵਾਬ ਮਿਲਣ ਲੱਗ ਜਾਏਗਾ। ਮੇਰੇ ਤਜਰਬੇ 'ਚੋਂ, ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਨਾਲ ਚੱਲਣ ਵਾਲਾ ਬੰਦਾ, ਸਾਨੂੰ ਇਹ ਗੱਲ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਜਦੋਂ ਕੋਈ ਸ਼ਕਤੀ ਸਰਕਾਰ ਨੂੰ ਜ਼ਬਰਦਸਤੀ ਠੋਸਦੀ ਹੈ, ਜਿਵੇਂ ਕਿ ਅਮਰੀਕਾ ਨੇ 2-3 ਸਰਕਾਰਾਂ ਉੱਥੇ ਠੋਸੀਆਂ, ਤਾਂ ਉਹਨਾਂ ਨੂੰ ਆਪਣੇ ਟ੍ਰੇਟਰਸ ਪੈਦਾ ਕਰਨੇ ਪੈਂਦੇ ਨੇ, ਆਪਣੇ ਚਮਚੇ ਜਿਹਨੂੰ ਆਪਾਂ ਕਹਿੰਦੇ ਆ ਸਮਝਣ ਵਾਸਤੇ, ਤੇ ਆਪਣੀ ਕੌਮ ਦੇ ਗਦਾਰ ਖਰੀਦਣੇ ਪੈਂਦੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਕੁਝ ਇਨਫੋਰਮੇਸ਼ਨ ਤਾਲਿਬਾਨਾਂ ਦੀ ਪੁਰਾਣੀ ਅਫਗਾਨੀ ਸਰਕਾਰ ਨੂੰ ਜਾਂ ਅਮਰੀਕਨ ਏਜੰਸੀਜ਼ ਨੂੰ ਦਿੱਤੀ ਹੈ, ਤੇ ਤਾਲਿਬਾਨ ਨੂੰ ਪਤਾ ਹੈ, ਉਹਨਾਂ ਦੇ ਲੋਕਲ ਲੀਡਰ ਬੇਸ਼ੱਕ ਸਾਨੂੰ ਉਸ ਟਾਈਮ ਕੁਝ ਨਹੀਂ ਸੀ ਕਹਿੰਦੇ, ਪਰ ਉਹਨਾਂ ਨੂੰ ਪਤਾ ਸੀ ਕਿ ਅਸੀਂ ਸਰਕਾਰੀ ਬੰਦੇ ਆ, ਸਾਡੀਆਂ ਫੈਸਿਲਿਟੀਆਂ ਦੇਖ ਕੇ, ਸਾਡੀ ਸੁਰੱਖਿਆ ਦੇਖ ਕੇ ਉਹਨਾਂ ਨੂੰ ਸਹਿਜੇ ਅੰਦਾਜ਼ਾ ਲੱਗਦਾ ਸੀ। ਜਿਹੜਾ ਅੱਜ ਉਹਨਾਂ ਦਾ ਰਾਜ ਹੀ ਹੋ ਗਿਆ, ਉਹ ਆਪਣੇ ਰਾਜ ਕਰਨ ਵਾਲਿਆਂ ਨੂੰ ਦੱਸਣਗੇ। ਉਹਨਾਂ ਨੂੰ ਖੌਫ ਇਹ ਹੈ, ਬੇਸ਼ੱਕ ਉਹ ਉਹਨਾਂ ਨੂੰ ਮਾਰਨ ਜਾਂ ਮਾਫ ਕਰ ਦੇਣ, ਇਹ ਤਾਂ ਸਮਾਂ ਦੱਸੂਗਾ, ਕਿਉਂਕਿ ਅਜੇ ਬਹੁਤ ਜਲਦੀ ਹੈ ਕਹਿਣਾ। ਪਰ ਮੇਰਾ ਇਹ ਵਿਚਾਰ ਹੈ ਕਿ ਇੰਨੀ ਜਲਦੀ ਭੱਜਣ ਵਾਲੇ ਲੋਕ ਉਹ ਨੇ ਜਿਹੜੇ ਪਿਛਲੇ 20 ਸਾਲ ਦੇ ਵਿੱਚ ਕਿਸੇ ਨਾ ਕਿਸੇ ਸਮੇਂ ਸਰਕਾਰ ਨੂੰ ਤਾਲਿਬਾਨਾਂ ਦੀ ਇਨਫੋਰਮੇਸ਼ਨ ਦਿੰਦੇ ਰਹੇ ਨੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਤੇ ਤਾਲਿਬਾਨ ਮਾਰ ਨਾ ਦੇਣ ਸਾਡੇ ਉਹਨਾਂ ਕਾਰਨਾਂ ਕਰਕੇ, ਤੇ ਉਹ ਜਾ ਰਹੇ ਨੇ। ਇਹ ਸਾਰੀ ਦੁਨੀਆ ਨੇ ਆਇਰਲੈਂਡ ਦੇ ਉੱਤੇ ਜਦੋਂ ਇੰਗਲੈਂਡ ਦਾ ਕਬਜ਼ਾ ਹੋਇਆ ਸੀ, ਤਾਂ ਉਸ ਵਕਤ ਜਿਹੜੇ ਲੋਕ ਇੰਗਲੈਂਡ ਦੀ ਗਵਰਨਮੈਂਟ ਨੂੰ ਮਦਦ ਕਰ ਰਹੇ ਸੀ, ਆਇਰਲੈਂਡ ਦੀ ਆਇਰਿਸ਼ ਲੋਕ, ਉਹਨਾਂ ਨੂੰ ਵੀ ਉੱਥੋਂ ਕੱਢ ਕੇ ਆਇਰਲੈਂਡ ਦੀ ਸਰਕਾਰ ਨੇ, ਜਿਹੜੀ ਇੰਗਲੈਂਡ ਨਾਲ ਚਲਦੀ ਸੀ, ਉਹਨਾਂ ਨੇ ਉਹਨਾਂ ਨੂੰ ਅੱਡ-ਅੱਡ ਦੇਸ਼ਾਂ 'ਚ ਵਸਾਤਾ ਸੀ, ਕਿਉਂਕਿ ਜਿਹੜੇ ਆਇਰਲੈਂਡ ਦੇ ਵਾਸਤੇ ਲੜ ਰਹੇ ਸੀ, ਉਹਨਾਂ ਨੇ ਉੱਥੇ ਆ ਕੇ ਉਹਨਾਂ ਨੂੰ ਸਜ਼ਾ ਦੇਣੀ ਸੀ। ਇਸ ਲਈ ਉਹ ਵੀ ਉੱਥੋਂ ਨਿਕਲ ਕੇ ਯੂਰਪ ਦੇ ਅੱਡ-ਅੱਡ ਦੇਸ਼ਾਂ 'ਚ ਚਲੇ ਗਏ ਸੀ। ਸੋ ਉਹੀ ਕੁਝ ਕੱਲ੍ਹ ਆਪਾਂ ਦੇਖਿਆ। ਮੇਰੇ ਸਵਾਲ ਦੇ ਜੋ ਤੁਸੀਂ ਜਵਾਬ ਦਿੱਤਾ ਹੈ, ਉਸ ਨਾਲ ਨਾ ਇੱਕ ਹੋਰ ਬੜਾ ਗੁਲਝਿਆ ਹੋਇਆ ਸਵਾਲ ਜੋ ਅੱਗੇ ਆਉਂਦਾ ਹੈ। ਪਿਛਲੇ ਤੁਸੀਂ ਕਿਹਾ ਕਿ ਉਹ ਲੋਕ ਉਹਨੇ ਜਿਹੜੇ ਇਨਫੋਰਮੇਸ਼ਨ ਦਿੰਦੇ ਪਏ ਸੀਗੇ, ਜੀ ਜੀ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਅਟੈਕ ਹੋਏ ਨੇ, ਜੀ ਜੀ, ਕਈ ਘੱਟ ਗਿਣਤੀ ਮਰੇ ਵੀ ਨਹੀਂ ਉੱਥੇ, ਜੀ ਜੀ, ਇਹ ਹੋ ਗਿਆ। ਪਰ ਇਸ ਨਾਲ ਇੱਕ ਸਵਾਲ ਆਪਣਾ ਹੋਰ ਜੋੜ ਦਿੰਦਾ ਹੈ ਕਿ ਅੱਜ ਉਹੀ ਤਾਲਿਬਾਨ ਭਰੋਸਾ ਦੇ ਰਹੀ ਘੱਟ ਗਿਣਤੀ ਹੈ ਤੇ ਸੁਰੱਖਿਆ ਦੇ ਰਹੇ ਨੇ ਉੱਥੇ। 2 ਸਵਾਲ ਤੁਸੀਂ ਕੀਤੇ ਨੇ ਵੀ ਉਹ ਵੀ ਤਾਲਿਬਾਨ ਸੀ ਜਿਹੜੇ ਇਹਨਾਂ ਹੀ ਸਿੱਖਾਂ ਤੇ ਹਿੰਦੂਆਂ ਨੂੰ ਮਾਰ ਰਹੇ ਸੀ ਜੀ, ਤੇ ਮੌਤ ਦੀਆਂ ਖਬਰਾਂ ਇੱਕ ਗੁਰਦੁਆਰੇ ਦੇ ਵਿੱਚ 50-50 ਲਾਸ਼ਾਂ ਦੀਆਂ ਖਬਰਾਂ ਵੀ ਪਿਛਲੇ 2 ਸਾਲ ਦੇ ਵਿੱਚ ਟਾਈਮ ਟੂ ਟਾਈਮ ਆਉਂਦੀਆਂ ਰਹੀਆਂ। ਗੁਰਦੁਆਰੇ ਦੇ ਨੁਕਸਾਨ ਹੋਇਆ ਉਹ ਵੀ ਤਸਵੀਰਾਂ ਆਪਣੇ ਸਾਹਮਣੇ ਆਈਆਂ, ਉਹ ਵੀ ਆਈਆਂ। ਮੈਂ ਤਾਂ ਹੀ ਕਹਿਣਾ ਕਿ ਗੁਰਦੁਆਰੇ 'ਚ ਆ ਕੇ ਉਹਨਾਂ ਨੇ ਸ਼ਰਨ ਲਈ, ਉਹਨਾਂ ਨੇ ਗੁਰਦੁਆਰੇ ਤੇ ਅਟੈਕ ਕੀਤਾ ਤੇ ਗੁਰਦੁਆਰੇ 'ਚ ਲੋਕ ਮਰੇ। ਜੀ, ਪਰ ਮੈਂ ਫਿਰ ਇਸ ਆਪਣੇ ਜਵਾਬ ਨੂੰ ਪਹਿਲੇ ਜਵਾਬ ਨਾਲ ਹੀ ਜੋੜਦਾ ਕਿ ਮੈਂ ਚਿੱਠੀ ਸਿੰਘਪੁਰਾ 'ਚ ਸਿੱਖਾਂ ਦਾ ਕਤਲ ਹੁੰਦਾ ਦੇਖਿਆ ਤੋਂ ਭਾਵ ਮੇਰੇ ਸਮਿਆਂ ਦੇ ਵਿੱਚ ਹੋਇਆ। ਜੀ, ਅਸੀਂ ਅਖਬਾਰਾਂ 'ਚ ਪੜ੍ਹਿਆ, ਅਸੀਂ ਕਸ਼ਮੀਰ ਦੇ ਲੋਕਾਂ ਨਾਲ ਗੱਲ ਕੀਤੀ ਹੈ। ਮੈਨੂੰ ਉਹ ਚੇਤੇ ਆ ਜਾਂਦਾ ਹੈ, ਲੱਗਦਾ ਇਹ ਕਿ ਉੱਥੇ ਵੀ ਇਹ ਪ੍ਰਚਾਰ ਕੀਤਾ ਗਿਆ ਸੀ ਜੀ, ਕਿ ਚਿੱਠੀ ਸਿੰਘਪੁਰਾ ਦੇ ਵਿੱਚ ਜਿਹੜੇ ਸਿੱਖ ਲੋਕ ਮਾਰੇ ਗਏ ਨੇ ਉਹ ਪਾਕਿਸਤਾਨੀ ਏਜੰਸੀਆਂ ਨੇ ਮਰਵਾਏ ਨੇ, ਉਹ ਲਸ਼ਕਰੇ ਤੌਬਾ ਨੇ ਮਰਵਾਏ ਨੇ, ਉਹ ਖਾੜਕੂਆਂ ਨੇ ਮਾਰੇ ਨੇ। ਪਰ ਹੋਇਆ ਇਸ ਤਰ੍ਹਾਂ ਨਹੀਂ ਸੀ। ਆਖਰ ਇਹ ਗੱਲ ਸਾਹਮਣੇ ਆਈ ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਾਈਵੇਟ ਸੈਕਟਰੀ ਨੇ ਕਿਤਾਬ ਲਿਖੀ ਕਿ ਜੇਕਰ ਮੈਂ ਤੇ ਬਿਲ ਕਲਿੰਟਨ ਰਾਸ਼ਟਰਪਤੀ ਇੰਡੀਆ 'ਚ ਨਾ ਜਾਂਦੇ ਤੇ ਇਹ ਵਿਚਾਰੇ ਬੇਗੁਨਾਹ ਲੋਕ ਨਾ ਮਰਦੇ, ਭਾਵ ਸਾਨੂੰ ਦਿਖਾਉਣ ਲਈ ਇੰਡੀਅਨ ਗਵਰਨਮੈਂਟ ਨੇ ਮਾਰੇ ਸੀ। ਇਹ ਖਬਰਾਂ ਹੋਣੀ ਚਾਹੀਦੀ ਸੀ। ਜਿਹੜੀ ਗੱਲ ਤੁਸੀਂ ਕੀਤੀ ਆ ਉਹ ਜਵਾਬ ਮੈਂ ਦੇ ਦੇਵਾਂ। ਜਿਹੜੇ 2 ਸਾਲ ਪਹਿਲਾਂ, ਮੈਂ ਇਸ ਤੇ ਸਿਰਫ ਅਜੇ ਗੱਲ ਕਰਦਾ, ਮੈਂ ਪੱਕਾ ਨਹੀਂ ਕਹਿ ਸਕਦਾ, ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂਗਾ। ਜੇ ਤਾਂ ਉਹ ਤਾਲਿਬਾਨ ਨੇ ਮਾਰੇ ਸੀ, ਫਿਰ ਅੱਜ ਤਾਲਿਬਾਨ ਉਹਨਾਂ ਨੂੰ ਬਚਾਏਗਾ ਕਿਉਂ? ਜੇ ਅੱਜ ਬਚਾਏਗਾ ਦੁਨੀਆ ਨੂੰ ਦਿਖਾਉਣ ਲਈ ਤਾਂ 6 ਮਹੀਨੇ ਸਾਲ ਨੂੰ ਫਿਰ ਮਾਰਦਾ, ਕਿਉਂਕਿ ਉਸ ਟਾਈਮ ਤਾਂ ਕਬਜ਼ਾ ਵੀ ਇਹਨਾਂ ਦਾ ਹੋਏਗਾ। ਜੀ,
ਇਹ ਗੱਲ ਅੱਜ ਤਾਂ ਮੈਂ ਮੰਨਦਾ ਕਿ ਉਹ ਗਨੀ ਸਰਕਾਰ ਜਾਂ ਹਾਮਦ ਕਰਜ਼ਈ ਦੀ ਸਰਕਾਰ ਨੇ ਮਰਵਾਏ ਹੋਣੇ ਨੇ, ਕਿਉਂਕਿ ਉਹਨਾਂ ਨੇ ਸਿੱਧ ਕਰਨਾ ਸੀ ਕਿ ਤਾਲਿਬਾਨ ਬਹੁਤ ਦਰਿੰਦੇ ਹੁੰਦੇ ਨੇ ਜੀ। ਜਿਸ ਤਰ੍ਹਾਂ ਕਿ ਚਿੱਠੀ ਸਿੰਘਪੁਰਾ ਦੇ ਵਿੱਚ ਇਹਨਾਂ ਨੇ ਸ਼ੋਅ ਕੀਤਾ ਕਿ ਲਸ਼ਕਰ ਤੋਬਾ ਜਿਹੜੀ ਸੀ ਉਹ ਸੀ, ਜਦ ਕਿ ਇੰਡੀਅਨ ਮਿਲਟਰੀ ਨੇ ਮਾਰੇ ਸੀ, ਉਹਨਾਂ ਦਾ ਕੋਰਟ ਮਾਰਸ਼ਲ ਵੀ ਹੋਇਆ ਹੈ ਜੀ। ਇਹ ਸਾਰਾ ਮੀਡੀਆ ਦੇ ਵਿੱਚ ਹੈ। ਤੇ ਜਿਹੜੇ ਅੱਜ ਜਾ ਕੇ ਉਹ ਗਰੰਟੀ ਦਿੰਦੇ ਨੇ, ਉਹ ਗਰੰਟੀ ਦਿੰਦੇ ਨੇ ਕਿ ਅਸੀਂ ਪਹਿਲਾਂ ਨਹੀਂ ਸੀ ਕੀਤਾ, ਹੁਣ ਅਸੀਂ ਆ ਗਏ ਹਾਂ ਤੇ ਅਸੀਂ ਇਸ ਗੱਲ ਦਾ ਗਰੰਟੀ ਲੈਂਦੇ ਹਾਂ ਕਿ ਤੁਹਾਡੀ ਸੁਰੱਖਿਆ ਰੱਖਾਂਗੇ। ਹਜੇ ਕਿਹਾ ਗਈਆਂ ਗੱਲਾਂ ਨੇ, ਇਹ ਅਗਲੇ ਸਮੇਂ 'ਚ ਕਿੰਨੀਆਂ ਕੁ ਪ੍ਰੈਕਟੀਕਲ ਹੁੰਦੀਆਂ ਨੇ ਇਹ ਵੀ ਅਸੀਂ ਦੇਖਾਂਗੇ, ਦੁਬਾਰਾ ਗੱਲ ਵੀ ਕਰ ਲਾਂਗੇ। ਜੀ ਪ੍ਰੋਫੈਸਰ, ਤੁਸੀਂ ਹਰੇਕ ਸਵਾਲ ਦਾ ਜਵਾਬ ਦਿੱਤਾ ਹੈ। ਮੇਰੇ ਹੁਣ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਐਂਡ ਵੱਲ ਜਾਂਦੇ ਹਾਂ। ਮੇਰੇ ਇੱਕ ਸਵਾਲ ਹੈ ਕਿ ਜੋ ਅੱਜ ਤਾਲਿਬਾਨ ਨੂੰ ਅੱਜ ਕਹਿ ਲਓ ਕਿ ਇੱਕ ਦੇਸ਼ ਦੀ ਹਕੂਮਤ ਮਿਲੀ ਹੈ ਜੀ, ਉਹ ਕਿਸ ਦੇ ਦਮ 'ਤੇ ਮਿਲੀ ਹੈ? ਉਹ ਟੇਬਲ ਟਾਕ ਨਾਲ ਮਿਲੀ ਹੈ ਅਮਰੀਕਾ ਨਾਲ, ਉਹ ਹਥਿਆਰ ਬੰਦ ਸੰਘਰਸ਼ ਨਾਲ ਮਿਲੀ ਹੈ ਜਾਂ ਫਿਰ ਇਹਦੇ ਵਿੱਚੋਂ ਕੋਈ ਹੋਰ ਤਾਕਤ ਦਾ ਰੋਲ ਰਿਹਾ? ਦੇਖੋ, ਜੇ ਜਨਰਲ ਗੱਲ ਕਰੀਏ ਨਾ ਆਪਾਂ, ਸਭ ਨੂੰ ਇਹੀ ਲੱਗੇਗਾ, ਮੈਨੂੰ ਵੀ ਇਹ ਲੱਗੇਗਾ ਕਿ ਜਿਹੜੀ ਦੋਹਾ ਦੇ ਵਿੱਚ ਮੀਟਿੰਗ ਹੋਈ ਹੈ ਉਹ ਮੀਟਿੰਗ ਇੱਕਦਮ ਤਾਂ ਹੋਈ ਨਹੀਂ ਹੈ। ਉਸ ਤੋਂ ਪਹਿਲਾਂ ਕਿੰਨਾ ਲੰਬਾ ਸੰਘਰਸ਼ ਦੋਹਾਂ ਚੱਲਿਆ। ਧਿਰਾਂ ਦੀਆਂ ਕੋਈ ਨਾ ਕੁਝ ਸਾਲਸੀ ਧਿਰਾਂ 1-2 ਸਾਲ ਤੋਂ ਗੱਲ ਕਰਦੀਆਂ ਹੋਣਗੀਆਂ। ਜਦੋਂ ਗੱਲ ਨਿਬੜ ਗਈ ਤਾਂ ਉਹ ਟੇਬਲ ਤੇ ਬੈਠੇ। ਪਹਿਲੀ ਗੱਲ ਤਾਂ ਇਹ ਹੈ ਜੀ। ਪਰ ਦੁਨੀਆ ਦੀ ਇੱਕੋ ਇੱਕ ਤਾਕਤ ਹੈ ਜਿਹੜੀ ਲੜਾਈ ਲੜਦੇ ਟੇਬਲ ਤੇ ਆ ਕੇ ਬੈਠੀ ਹੈ। ਉਹਨੇ ਕਦੇ ਨਹੀਂ ਕਿਹਾ ਕਿ ਮੈਂ ਸੀਜ਼ ਫਾਇਰ ਕਰਾਂਗਾ। ਦੂਸਰੀ ਗੱਲ ਮੈਂ ਇਹ ਜੋੜਦਾ ਕਿ ਇਹ ਉਹਨਾਂ ਦਾ ਸਿਰੜ ਵੀ ਕਿਹਾ ਜਾਊਗਾ ਕਿ ਇੰਨੀ ਲੰਬੀ ਲੜਾਈ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਜੀ। ਤੇ ਉਹਨਾਂ ਨੇ ਫਿਰ ਵੀ ਆਪਣਾ ਸਿਰ ਨਿਭਾਇਆ ਹੈ। ਅਮਰੀਕਾ ਵਾਲੇ ਪਾਸੋਂ ਮੈਂ ਇਹ ਕਹਾਂ ਕਿ ਦੁਨੀਆ ਦੇ ਵਿੱਚ ਅਮਰੀਕਾ ਜਿਵੇਂ ਰਸ਼ੀਆ ਇੰਨਾ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਸੀ ਕਿ ਉਹਨੂੰ ਲੱਗਾ ਕਿ ਜੇ ਮੈਂ ਅਫਗਾਨਿਸਤਾਨ 'ਚ ਹੋਰ ਜ਼ਿਆਦਾ ਦੇਰ ਰਹਾਂਗਾ ਤਾਂ ਮੇਰਾ ਦੇਸ਼ ਟੁੱਟ ਸਕਦਾ ਹੈ। ਤੇ ਹੋਇਆ ਵੀ ਇੱਦਾਂ ਕਿ 1992 ਦੇ ਵਿੱਚ ਆਪਣੇ ਆਪ ਰੂਸ 13 ਹਿੱਸਿਆਂ 'ਚ ਟੁੱਟ ਗਿਆ ਜੀ। 13 ਮੁਲਕ ਰਸ਼ੀਆ ਦੇ ਵਿੱਚੋਂ ਨਿਕਲ ਗਏ। ਅਮਰੀਕਾ ਦੇ ਵਿਸ਼ਲੇਸ਼ਕ ਵੀ ਪਿਛਲੇ ਲੰਮੇ ਸਮੇਂ ਤੋਂ, ਕਈ ਸਾਲ ਤੋਂ ਇਹ ਕਰ ਰਹੇ ਸੀ ਕਿ ਅਫਗਾਨਿਸਤਾਨ 'ਚ ਕੇਵਲ ਤੇ ਕੇਵਲ ਅਮਰੀਕਾ ਨੂੰ ਆਪਣਾ ਪੈਸਾ ਬਰਬਾਦ ਕਰਦਾ ਹੈ, ਪਰ ਦੂਜੇ ਪਾਸੇ ਉਹ ਲੋਕ ਬੈਠੇ ਹੌਲੀ ਮੁਕਾਬਲਾ ਕਰ ਰਹੇ ਨੇ। ਕਿੰਨਾ ਲੰਮਾ ਸਮਾਂ 20 ਸਾਲ ਤੋਂ ਹੋਰ ਲੱਗ ਜਾਏਗਾ, ਉਨਾ ਹੀ ਅਮਰੀਕਾ ਨੂੰ ਆਰਥਿਕ ਸੰਕਟ ਵੱਲ ਹੋਰ ਵਧਣਾ ਪਏਗਾ। ਉਹ ਆਪਣੇ ਡਿਵੈਲਪਮੈਂਟ ਦੇ ਹੋਰ ਕੰਮ ਰੋਕਣੇ ਪੈਣਗੇ। ਸੋ ਇਹ ਵੀ ਇੱਕ ਕਾਰਨ ਰਿਹਾ ਕਿ ਉਹਨਾਂ ਨੂੰ ਟਾਕ ਦੇ ਵਿੱਚ ਆਉਣਾ ਪਿਆ। ਸੋ ਸਾਰੀਆਂ ਗੱਲਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਅਮਰੀਕਾ ਨੇ ਡਰ ਕੇ ਹੀ ਕੀਤਾ ਹੈ। ਅਮਰੀਕਾ ਨੇ ਆਪਣਾ ਮਫਾਦ ਸੋਚਿਆ ਵੀ ਅੱਜ ਤਾਂ ਗੱਲਬਾਤ ਤੇ ਮੁੱਕਦੀ ਹੈ ਤੇ ਸਾਡਾ ਆਰਥਿਕ ਨੁਕਸਾਨ ਬਚਦਾ ਹੈ। ਤਾਲਿਬਾਨਾਂ ਨੇ ਆਪਣੇ ਗੱਲ ਤੇ ਸੋਚਿਆ ਕਿ ਅੱਜ ਸਾਡੇ ਨਾਲ ਸਮਝੌਤਾ ਕਰ ਰਿਹਾ ਇੰਨਾ ਵੱਡਾ ਮੁਲਕ ਤੇ ਸਾਡਾ ਤਾਲਿਬਾਨ ਦਾ ਦੁਬਾਰਾ ਆਪਣੇ ਦੇਸ਼ ਜਾਣ ਦਾ ਰਸਤਾ ਤੈਅ ਹੋਇਆ। ਤੇ ਇਹ ਵੀ ਉਹ ਮੰਨੇ ਨੇ ਕਿ ਸਾਡੇ ਤੋਂ ਕੁਝ ਜਿਹੜੀਆਂ ਗਲਤੀਆਂ ਹੋਈਆਂ ਨੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ, ਮਨੁੱਖਤਾ ਨੂੰ ਲੈ ਕੇ, ਅਸੀਂ ਉਹ ਛੱਡਾਂਗੇ। ਅਮਰੀਕਾ ਕਹਿੰਦਾ ਹੈ ਕਿ ਤੁਸੀਂ ਜੇ ਇਹ ਮੰਨਦੇ ਹੋ ਕਿ ਤੁਹਾਡੇ ਤੋਂ ਗਲਤੀਆਂ ਹੋਈਆਂ ਨੇ ਤਾਂ ਅਸੀਂ ਤੁਹਾਨੂੰ ਇੱਕ ਮੌਕਾ ਦਿੰਦੇ ਹਾਂ। ਪ੍ਰੋਫੈਸਰ ਸਾਹਿਬ, ਮੈਂ ਆਖਰੀ ਸਵਾਲ ਪੁੱਛਾਂਗਾ। ਜੇ ਆਪਾਂ ਸਿਰਫ 2 ਸੰਘਰਸ਼ਾਂ ਦੀ ਗੱਲ ਕਰੀਏ, ਇੱਕ ਜੋ ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਲੜਿਆ ਗਿਆ ਤੇ ਇੱਕ ਅਫਗਾਨਿਸਤਾਨ ਵਿੱਚ ਜੋ ਚੱਲਿਆ ਹੁਣ, ਇਹ 2 ਸੰਘਰਸ਼ ਹਥਿਆਰਬੰਦ ਵੀ ਲੜੇ ਗਏ ਨੇ ਤੇ 2 ਸੰਘਰਸ਼ ਕਿਵੇਂ ਦੇਖਦੇ ਹੋ ਤੁਸੀਂ? ਉਹ ਅੱਜ ਰਾਜ 'ਚ ਬੈਠੇ ਨੇ ਤੇ ਆਪਣਾ ਅੱਜ ਖਤਮ ਹੋ ਗਿਆ ਜੇ ਆਪਾਂ ਕਹੀਏ ਪੰਜਾਬ ਦੇ ਵਿੱਚ ਜਿਹੜਾ ਚੱਲਿਆ ਸੀ। ਜੋ ਦੇਖੋ, ਪੰਜਾਬ ਦਾ ਤੇ ਅਫਗਾਨਿਸਤਾਨ ਦਾ ਮਤਲਬ ਕਿ ਸਿੱਧਾ ਯੁੱਧ ਤਾਂ ਹਰੀ ਸਿੰਘ ਨਲਵਾ ਦੇ ਟਾਈਮ ਤੇ ਹੋਇਆ ਸੀ, ਦੁਬਾਰਾ ਹਜੇ ਤੱਕ ਤਾਂ ਨਹੀਂ ਹੋਇਆ ਹੈ। ਨਹੀਂ, ਮੈਂ ਉਹ ਨਹੀਂ ਕਹਿ ਰਿਹਾ। ਮੈਂ ਤੁਹਾਨੂੰ ਉਸੇ ਗੱਲ ਵੱਲ ਲੈ ਕੇ ਚੱਲਣਾ ਜੀ। ਉਸ ਤੋਂ ਬਾਅਦ ਸਾਡੇ ਮੁੰਡਿਆਂ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਉਸ ਰੋਸ ਦੇ ਵਿੱਚ 10 ਸਾਲ ਇੱਕ ਲੰਬੀ ਲੜਾਈ ਇੰਡੀਅਨ ਗਵਰਨਮੈਂਟ ਦੇ ਨਾਲ ਲੜੀ ਹੈ, ਇੰਡੀਅਨ ਸਿਸਟਮ ਦੇ ਨਾਲ ਲੜੀ ਹੈ। ਤੇ ਅਫਗਾਨਿਸਤਾਨ ਦੇ ਤਾਲਿਬਾਨਾਂ ਨੇ ਵੀ ਉੱਥੋਂ ਦੇ ਉੱਤੇ ਕਾਬਜ਼ ਹੋਈ ਧਿਰ, ਚਾਹੇ ਉਹ ਰੂਸ ਸੀ ਚਾਹੇ ਉਹ ਅਮਰੀਕਾ ਸੀ, ਉਹਦੇ ਨਾਲ ਇੱਕ ਲੜਾਈ ਲੜੀ ਹੈ। ਇਹ ਸਾਡੀਆਂ ਮਿਲਦੀਆਂ ਗੱਲਾਂ ਨੇ ਜੀ। ਪਰ ਮੈਂ ਇੱਥੇ ਮੋਟੇ ਤੌਰ ਤੇ ਕਹਿਣਾ ਕਿ ਜਿਹੜੇ ਅਫਗਾਨਿਸਤਾਨ ਦੇ ਤਾਲਿਬਾਨ ਨੇ ਉਹਨਾਂ ਕੋਲ ਇੱਕ ਦੇਸ਼ ਦੀ ਸਰਕਾਰ ਰਹੀ ਹੈ ਜੀ। ਦੂਸਰੀ ਗੱਲ ਇਹ ਹੈ, ਧਿਆਨ ਦੇਣ ਚਾਹੀਦਾ ਹੈ ਕਿ ਜਿਹੜੇ ਅਫਗਾਨਿਸਤਾਨ ਤੇ ਕਾਬਜ਼ ਧਿਰ ਹੈ ਉਹ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਜੀ। ਤੇ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਉਹਨਾਂ ਦੇ ਗੁਆਂਢ ਦੇ ਵਿੱਚ ਹੀ 27-28 ਮੁਲਕ ਨੇ। ਉਰਲੇ ਪਾਸੇ ਪਾਕਿਸਤਾਨ ਵੀ ਇਸਲਾਮ 'ਚ ਵਿਸ਼ਵਾਸ ਰੱਖਦਾ ਹੈ। ਉਹ ਉਹਨਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਮਾਇਕ ਮਦਦ ਕਰਦੇ ਨੇ ਜੀ। ਦੂਸਰਾ ਇਹ ਹੈ ਕਿ ਉਹਨਾਂ ਨੂੰ ਦੇਸ਼ ਦੇ ਉੱਤੇ ਕਬਜ਼ਾ ਹੋਣ ਕਰਕੇ ਉਹਨਾਂ ਦੀ ਦੂਜੇ ਦੇਸ਼ ਵੀ ਮਦਦ ਕਰਦੇ ਨੇ ਜਿਨ੍ਹਾਂ ਦਾ ਅਮਰੀਕਾ ਨਾਲ ਵੈਰ ਸੀ।
ਜਾਂ ਜਿਨ੍ਹਾਂ ਦਾ ਪਹਿਲਾਂ ਰਸ਼ੀਆ ਨਾਲ ਵੈਰ ਸੀ। ਸਾਡੇ ਕੋਲ ਇਹ ਫੈਸਿਲਿਟੀ ਨਹੀਂ ਸੀ। ਪੰਜਾਬ ਦੇ ਖਾੜਕੂਆਂ ਕੋਲ ਇੱਕ ਤਾਂ ਉਹਨਾਂ ਕੋਲ ਅਫਗਾਨਿਸਤਾਨ ਵਾਂਗ ਲੁਕਣ ਗਾਹਾਂ ਜਿਹੜੀਆਂ ਕਿ ਗੁਰੀਲਾ ਵਾਰ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ, ਉਹ ਨਹੀਂ ਸੀ। ਸਾਡੇ ਕੋਲ ਮੈਦਾਨ ਸੀ, ਸਾਡਾ ਏਰੀਆ ਬਹੁਤ ਛੋਟਾ ਸੀ। ਫਿਰ ਅਸੀਂ ਇੱਕ ਕੰਟਰੀ ਦੇ ਉੱਤੇ ਕਦੇ ਕਾਬਜ਼ ਨਹੀਂ ਰਹੇ। ਮੌਜੂਦਾ ਸਮੇਂ 'ਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅਸੀਂ ਇੱਕ ਦੇਸ਼ ਤੇ ਕਾਬਜ਼ ਨਹੀਂ ਰਹੇ। ਉਹ ਸਹੂਲਤ ਵੀ ਸਾਡੇ ਕੋਲ ਨਹੀਂ ਸੀ। ਅਸੀਂ ਇੱਕ ਦੇਸ਼ ਦੇ ਤੌਰ ਤੇ ਕਿਸੇ ਹੋਰ ਮੁਲਕ ਦਾ ਮਦਦ ਨਹੀਂ ਸੀ ਲੈ ਸਕਦੇ, ਯੂਐਨਓ 'ਚ ਆਪਣੀ ਗੱਲ ਨਹੀਂ ਸੀ ਲੈ ਕੇ ਜਾ ਸਕਦੇ, ਜਾਂ ਦੂਜੀ ਤਾਕਤ ਜਿਵੇਂ ਕਿ ਸਾਡੇ ਨਾਲ ਇੰਡੀਆ ਲੜਦਾ ਸੀ। ਇੰਡੀਆ ਦੇ ਅਗੇਂਸਟ ਜਿਹੜੀਆਂ ਪਾਵਰਾਂ ਚਲਦੀਆਂ ਨੇ, ਅਸੀਂ ਇੱਕ ਦੇਸ਼ ਦੀ ਧਿਰ ਨਹੀਂ ਸੀ। ਇਸ ਕਰਕੇ ਸਾਨੂੰ ਉਹਨਾਂ ਨੇ ਮਦਦ ਨਹੀਂ ਦਿੱਤੀ ਤੇ ਸਾਡਾ ਜੰਗ ਹੁਣ ਵੀ ਜਾਰੀ ਹੈ। ਜਿਹੜਾ ਸਾਡੇ ਮੁੰਡਿਆਂ ਨੇ ਹਥਿਆਰਬੰਦ ਲੜਾਈ ਲੜੀ ਹੈ, ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਹੀ ਲੜਾਈ ਲੜ ਰਿਹਾ। ਭਾਵ ਮੈਂ ਸਪਸ਼ਟ ਕਰਾਂ ਕਿ ਉਹ ਵੀ ਖਾਲਿਸਤਾਨ ਦੀ ਲੜਾਈ ਲੜ ਰਹੇ ਸੀ, ਅਸੀਂ ਵੀ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਪਰ ਅਸੀਂ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਲੋਕਤੰਤਰੀ ਤਰੀਕੇ ਨਾਲ ਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਉਹੀ ਲੜਾਈ ਲੜ ਰਹੇ ਹਾਂ। ਕੀ ਪਤਾ ਕਦੋਂ ਸਮਾਂ ਬਦਲ ਜੇ, ਸਾਨੂੰ ਮਜਬੂਰ ਹੋ ਕੇ ਉਹ ਲੜਾਈ ਲੜਨੀ ਪੈ ਜਾਵੇ। ਉਹ ਅੱਜ ਨਹੀਂ ਅਸੀਂ ਕਹਿ ਸਕਦੇ। ਅੱਜ ਅਸੀਂ ਲੜਾਈ ਉਹੀ ਲੜ ਰਹੇ ਹਾਂ ਖਾਲਿਸਤਾਨ ਦੀ, ਜਿਵੇਂ ਕਿ ਤਾਲਿਬਾਨ ਅਫਗਾਨਿਸਤਾਨ ਦੀ ਲੜਾਈ ਲੜ ਰਹੇ ਸੀ, ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਪਰ ਅਸੀਂ ਲੋਕਤੰਤਰੀ ਤੇ ਸ਼ਾਂਤੀਪੂਰਨ ਤਰੀਕੇ ਨਾਲ ਲੜ ਰਹੇ ਹਾਂ। ਸਮੇਂ ਦਾ ਮੰਗ ਹੈ ਸਾਡੇ ਤੋਂ ਕਿ ਇਸ ਤਰ੍ਹਾਂ ਨਾਲ ਲੜਿਆ ਜਾਵੇ। ਸੋ ਅਸੀਂ ਸਮੇਂ ਦੀ ਨਜ਼ਾਕਤ ਨੂੰ ਜਾਇਜ਼ ਸਮਝਦੇ ਹੋਇਆਂ ਆਪਣੀ ਲੜਾਈ ਨੂੰ ਇਸ ਤਰ੍ਹਾਂ ਬਣਾਇਆ ਹੋਇਆ। ਪਰ ਅਸੀਂ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ, ਅਸੀਂ ਵੀ ਇਹ ਤਹਈਆ ਕੀਤਾ ਹੋਇਆ ਤਾਲਿਬਾਨਾਂ ਵਾਂਗ ਸ਼ਾਂਤੀਪੂਰਨ ਤੇ ਲੋਕਤੰਤਰ ਤਰੀਕੇ ਦੇ ਨਾਲ ਇਸ ਅਕੀਦੇ ਤੋਂ ਹਟਾਂਗੇ ਨਹੀਂ। ਭਾਵ ਅਸੀਂ ਇੰਡੀਆ ਅੱਗੇ ਝੁਕਾਂਗੇ ਨਹੀਂ, ਭਾਵੇਂ ਕਿ ਅਸੀਂ ਅੱਜ ਹਥਿਆਰਬੰਦ ਲੜਾਈ ਨਹੀਂ ਵੀ ਲੜਦੇ। ਪ੍ਰੋਫੈਸਰ ਮਹਿੰਦਰਪਾਲ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਸਾਡੇ ਹਰੇਕ ਸਵਾਲ ਦਾ ਬੜੇ ਬੇਬਾਕੀ ਨਾਲ ਤੁਸੀਂ ਜਵਾਬ ਦਿੱਤਾ ਹੈ। ਤੇ ਕਾਫੀ ਬੜਾ ਇਸ਼ੂ ਸੀਗਾ, ਕਈ ਦੇਸ਼ੀਆਂ ਦੀ ਨਿਗਾਹ ਇਸ ਇਸ਼ੂ ਤੇ ਸੀਗੀ। ਠੀਕ ਹੈ, ਮੈਂ ਤੁਹਾਡਾ ਬਹੁਤ ਅਣਖ ਚੈਨਲ ਦਾ ਤੇ ਦੀਪਨ ਜੀ ਤੁਹਾਡਾ, ਤੁਹਾਡੇ ਕੈਮਰਾਮੈਨ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਤੁਸੀਂ ਇੱਕ ਐਸਾ ਸੈਂਸਿਟਿਵ ਇਸ਼ੂ ਲੈ ਕੇ ਆਏ ਹੋ ਜਿਹਦੀ ਅੱਜ ਸਾਰੀ ਦੁਨੀਆ ਜਿਹੜਾ ਤੁਸੀਂ ਇਹ ਨਸ਼ਰ ਕਰੋਗੇ ਜਾਂ ਹੋਰ ਨਸ਼ਰ ਕਰ ਰਹੇ ਨੇ, ਅਸੀਂ ਵੀ ਕਰਾਂਗੇ, ਆਪਣੇ ਖਿਆਲ ਲੋਕਾਂ ਤੱਕ ਪਹੁੰਚਾਵਾਂਗੇ। ਕਿਉਂਕਿ ਹਰ ਇੱਕ ਸੋਚ ਦੀ ਇੱਕ ਧਿਰ ਹੁੰਦੀ ਹੈ ਦੁਨੀਆ ਦੇ ਵਿੱਚ, ਕੋਈ ਧਿਰ ਛੋਟੀ ਜਾਂ ਵੱਡੀ ਨਹੀਂ ਹੁੰਦੀ। ਉਹ ਆਪਣੇ ਅਕੀਦੇ ਪ੍ਰਤੀ ਕਿੰਨੀ ਕੁ ਇਮਾਨਦਾਰ ਹੈ, ਇਹ ਸਾਡੇ ਕੋਲ ਤਾਂ ਤਰੀਕਾ ਤੁਸੀਂ ਲੋਕ ਹੋ, ਮੀਡੀਆ ਜਿਹੜਾ ਪਹੁੰਚਾ ਸਕਦਾ। ਮੈਂ ਤੁਹਾਡਾ ਬਹੁਤ ਰਿਣੀ ਤੇ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਲੋਕਾਂ ਦੇ ਸਾਹਮਣੇ ਜਾਣ ਦਾ। ਜੀ ਧੰਨਵਾਦ ਤੁਹਾਡਾ। ਤੇ ਹੁਣ ਆਪਾਂ ਲਵਾਂਗੇ ਅਣਖ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਤੋਂ ਇਜਾਜ਼ਤ। ਧੰਨਵਾਦ।